नमस्कार लुधियाना खबरनामा वेखਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। मैं हाँ परविंदर। तमाम खबरों ਤੇ ਨਜ਼ਰ ਪਾਉਂਦੇ ਹਾਂ। शुरुआत करते हैं सुर्खियों ਦੇ ਨਾਲ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552ਵਾਂ ਪ੍ਰਕਾਸ਼ ਪੁਰਬ ਵੱਖ-ਵੱਖ ਥਾਈਂ ਵਿਸ਼ੇਸ਼ ਧਾਰਮਿਕ ਸਮਾਗਮਾਂ ਦਾ ਆਯੋਜਨ। ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਚਰਨਾਂ 'ਚ ਹੋਈਆਂ ਨਤਮਸਤਕ। ਗੁਰਪੁਰਬ ਮੌਕੇ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਦਾ ਵੱਡਾ ਐਲਾਨ। ਤਿੰਨੋਂ ਖੇਤੀ ਕਾਨੂੰਨ ਹੋਣਗੇ ਰੱਦ। ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ, ਹਰ ਪਾਸੇ ਜਸ਼ਨ ਦਾ ਮਾਹੌਲ। ਲੁਧਿਆਣਾ ਪਹੁੰਚੇ ਪੰਜਾਬ ਮਾਮਲੇ ਦੇ ਇੰਚਾਰਜ ਹਰੀਸ਼ ਚੌਧਰੀ। ਕਾਂਗਰਸੀ ਆਗੂਆਂ ਨਾਲ ਕੀਤੀ ਬੈਠਕ। ਖੇਤੀ ਕਾਨੂੰਨ ਰੱਦ ਹੋਣ ਦੇ ਐਲਾਨ ਤੇ ਵੀ ਦਿੱਤਾ ਪ੍ਰਤੀਕਰਮ। ਟੋਲੇਵਾਲ ਚੌਂਕ ਨੇੜੇ ਵਾਪਰਿਆ ਸੜਕ ਹਾਦਸਾ। ਕਾਰ ਅਤੇ ਆਟੋ ਵਿਚਕਾਰ ਹੋਈ ਜ਼ਬਰਦਸਤ ਟੱਕਰ। ਹਾਦਸੇ ਦੇ ਵਿੱਚ 3 ਲੋਕ ਜ਼ਖਮੀ, ਹਸਪਤਾਲ ਦੇ ਵਿੱਚ ਜ਼ੇਰੇ ਇਲਾਜ। ਅਦਾਕਾਰਾ ਕੰਗਨਾ ਰਣੌਤ ਦਾ ਵਿਵਾਦਿਤ ਬਿਆਨ ਦਾ ਮਾਮਲਾ। ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਦਿੱਤਾ ਸੀ ਭੜਕਾਊ ਬਿਆਨ। ਵਕੀਲ ਭਾਈਚਾਰੇ ਨੇ ਕੰਗਨਾ ਰਣੌਤ ਦੀ ਗ੍ਰਿਫਤਾਰੀ ਦੀ ਕੀਤੀ ਮੰਗ। ਬੁਲੇਟਿਨ ਦਾ ਆਗਾਜ਼ ਕਰਦੇ ਹਾਂ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵੱਖ-ਵੱਖ ਥਾਈਂ ਵਿਸ਼ੇਸ਼ ਧਾਰਮਿਕ ਸਮਾਗਮ ਵੀ ਕਰਵਾਏ ਜਾ ਰਹੇ ਨੇ, ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ। ਇਸੇ ਤਹਿਤ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ 'ਚ ਸਥਿਤ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਪਹੁੰਚ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਈ ਹੈ। ਇਸ ਮੌਕੇ ਸੰਗਤਾਂ ਦੇ ਲਈ ਅਟੁੱਟ ਲੰਗਰ ਵੀ ਵਰਤਾਏ ਗਏ। ਗੁਰਦੁਆਰਾ ਸਾਹਿਬ ਵੱਲੋਂ ਤੇ ਆਪਣੇ ਵੱਲੋਂ ਸਮੂਹ ਸੰਗਤਾਂ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਤੇ ਅੱਜ ਹੀ ਇੱਕ ਪੰਜਾਬੀਅਤ ਨੇ ਬਹੁਤ ਵਧੀਆ ਇੱਕ ਮੋਰਚਾ ਜਿੱਤਿਆ, ਕਿਸਾਨ ਮੋਰਚਾ, ਜਿਹਦੀ ਵਧਾਈ ਸਾਰੇ ਪੰਜਾਬ ਨੂੰ, ਹਿੰਦੁਸਤਾਨ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਦੁਨੀਆ ਦੇ ਹਰ ਕੋਨੇ ਦੇ ਉੱਤੇ ਕਿਸਾਨ ਤੇ ਕਿਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਵਧਾਈ ਦੇ ਪਾਤਰ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਿਊ ਮਾਲਟਨ ਵਿਖੇ ਬੜੀ ਸੰਗਤਾਂ ਦੇ ਸਮੂਹ ਸਹਿਯੋਗ ਨਾਲ, ਇਸਤਰੀ ਸਭਾ, ਨੌਜਵਾਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜੀ। ਇਸ ਵਿੱਚ ਪਹਿਲੇ ਇਸਤਰੀ ਸੰਸਥਾ ਦੀਆਂ ਬੀਬੀਆਂ ਨੇ ਕੀਰਤਨ, ਛੋਟੇ ਛੋਟੇ ਬੱਚੇ ਜਿਹੜੇ ਕੀਰਤਨ ਕਰ ਰਹੇ ਸਨ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਚੇਚੇ ਤੌਰ 'ਤੇ ਰਾਗੀ ਬੁਲਾਏ ਗਏ ਸਨ, ਜਿਨ੍ਹਾਂ ਨੇ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਹੁਣ ਗੁਰੂ ਕੇ ਲੰਗਰ ਚੱਲ ਰਹੇ ਹਨ, ਸੰਗਤਾਂ ਲੰਗਰਾਂ ਛਕ ਰਹੀਆਂ ਤੇ ਅਖੀਰ ਤੇ ਫਿਰ ਮੈਂ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਦੇਣਾ ਜੀ। ਮੈਂ ਸਰ ਇਸ ਸੰਬੰਧ 'ਚ ਤਾਂ ਇਹੀ ਹੈ ਵੀ ਬਾਣੀ 'ਚ ਲਿਖਿਆ ਹੈ ਕਿ ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਔਰ ਅੱਜ ਦਾ ਦਿਹਾੜਾ ਮੇਰੇ ਹਿਸਾਬ ਨਾਲ ਬ੍ਰਹਮਾਂਡ ਦਾ ਸਭ ਤੋਂ ਮਹੱਤਵਪੂਰਨ ਦਿਹਾੜਾ, ਜਦੋਂ ਕਲਯੁਗ ਦੇ ਅਵਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ 'ਤੇ ਆਪਣਾ ਪ੍ਰਗਟ ਹੋਏ ਔਰ ਇਸ ਧਰਤੀ ਦਾ ਜਿਹੜਾ ਅੰਧਕਾਰ ਸੀ ਉਹ ਦੂਰ ਕਰਿਆ। ਜਦੋਂ ਉਹਨਾਂ ਦਾ ਅਵਤਾਰ ਹੋਇਆ, ਉਦੋਂ ਜਿਹੜੀ ਸਮੁੱਚੀ ਭਾਰਤ ਦੀ ਆਬਾਦੀ ਹੈ ਉਹ ਬੜੇ ਅੰਧਕਾਰ 'ਚ ਸੀ। ਲੋਕ ਵਹਿਮਾਂ ਭਰਮਾਂ ਦੇ ਵਿੱਚ, ਭੁਲੇਖਿਆਂ ਦੇ ਵਿੱਚ ਫਿਰਦੇ ਸੀ। ਗੁਰੂ ਨਾਨਕ ਦੇਵ ਜੀ ਨੇ ਆ ਕੇ ਲੋਕਾਂ ਨੂੰ ਨਾਮਦਾਨ ਬਖਸ਼ਿਆ, ਕਿਰਤ ਕਰਨ ਦੀ ਉਹਨਾਂ ਨੇ ਸਿੱਖਿਆ ਦਿੱਤੀ, ਵੰਡ ਛਕਣ ਦੀ ਉਹਨਾਂ ਨੇ ਸਿੱਖਿਆ ਦਿੱਤੀ। ਔਰ ਅੱਜ ਅਸੀਂ ਸਨਾਤਨ ਧਰਮ ਮੰਦਰ ਨਿਊ ਮਾਲਟਾਊਨ, ਜਿਹੜਾ ਕਿ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਹੈ, ਉਹ ਆਪਣੀ ਸਮੁੱਚੀ ਟੀਮ ਸਮੇਤ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਪਣਾ ਸੀਸ ਨਿਵਾਉਣ ਆਏ ਹਾਂ। ਔਰ ਸਮੂਰੀ ਸਾਧ ਸੰਗਤ ਨੂੰ ਅਸੀਂ ਵਧਾਈ ਦਿੰਦੇ ਹਾਂ ਔਰ ਲੋਕਾਂ ਨੂੰ ਇਹਦਾ ਬਹੁਤ ਮੁਬਾਰਕਬਾਦ। ਤੇ ਹੁਣ ਗੱਲ ਕਰਾਂਗੇ ਕਿਸਾਨਾਂ ਦੇ ਸੰਘਰਸ਼ ਦੀ, ਜਿਸ ਦੇ ਵਿੱਚ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ। ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਵੱਡਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਦੀ ਗੱਲ ਆਖੀ ਹੈ। ਉਹਨਾਂ ਕਿਹਾ ਕਿ ਸਰਦੂਤ ਇਜਲਾਸ ਦੇ ਵਿੱਚ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ, ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਜਸ਼ਨ ਦਾ ਮਾਹੌਲ ਹੈ। ਕਿਸਾਨਾਂ ਤੇ ਸਿਆਸਤਦਾਨਾਂ ਦੇ ਵੱਲੋਂ ਵੀ ਲਗਾਤਾਰ ਕੇਂਦਰ ਦੇ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਲੁਧਿਆਣਾ ਦੇ ਵਿੱਚ ਵੀ ਕਿਸਾਨਾਂ ਵੱਲੋਂ ਲੱਡੂ ਵੰਡ ਕੇ ਜਸ਼ਨ ਮਨਾਇਆ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਲੰਮੇ ਸਮੇਂ ਤੋਂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਜੋ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਕੇਂਦਰ ਸਰਕਾਰ ਦੇ ਵੱਲੋਂ ਹੁਣ ਜੋ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਕੀਤਾ ਗਿਆ, ਉਸ ਦਾ ਸਵਾਗਤ ਕਰਦੇ ਨੇ। ਇਸ ਦੌਰਾਨ ਉਹਨਾਂ ਕਿਹਾ ਕਿ ਜਦੋਂ ਤੱਕ ਸਰਦੂਤ ਇਜਲਾਸ ਦੇ ਵਿੱਚ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਕਿਸਾਨੀ ਸੰਘਰਸ਼ ਜਾਰੀ ਰਹੇਗਾ। ਅਸੀਂ ਇਹੀ ਕਹਿੰਦੇ ਕਿ ਰੱਦ ਵਿਸ਼ੱਕ 'ਚ ਹੋਵੇ, ਜੇ ਲਿਖਤੀ ਰੂਪ 'ਚ ਹੋਣਗੇ, ਅਗਰਾਹਾਂ ਸਾਹਿਬ ਕਹਿਣਗੇ ਉਦੋਂ ਹੀ ਟਰਾਲੀਆਂ ਵਾਪਸ ਲਿਆਵਾਂਗੇ, ਨਹੀਂ ਟਰਾਲੀਆਂ ਵਾਪਸ ਨਹੀਂ ਲਿਆਵਾਂਗੇ। ਉਹਨੇ ਜੇ ਠੀਕਰੀ ਬਾਰਡਰ 'ਤੇ ਟਰਾਲੀਆਂ ਖੜੀਆਂ ਰਹਿਣ ਦਾਂਗੇ।
ਜਿੱਦਾਂ ਕਹਿਣਗੇ ਫੇਰ ਲਿਆਵਾਂਗੇ, ਨਹੀਂ ਟਰਾਲੀ ਵਾਪਸ ਨਹੀਂ ਲਿਆਵਾਂਗੇ। ਪੰਜਾਬ ਵਾਸੀਆਂ ਨੂੰ ਮੈਸੇਜ ਦੇਣਾ ਚਾਹੁੰਗੇ, ਇਹੀ ਸੁਣਿਆ ਜਾ ਰਿਹਾ ਕਿ ਉਹਨਾਂ ਦਾ ਕਾਲੇ ਕਾਨੂੰਨ ਰੱਦ ਹੋ ਗਿਆ, ਮਤਲਬ ਕਿਸਾਨ ਵਾਪਸ। ਇਹਦਾ ਝੂਠਾ ਮੋਦੀ ਇਹਦਾ ਕੋਈ ਪਤਾ ਨਹੀਂ, ਬੋਲ ਕੇ ਕਹਿ ਦੇਵੇ ਉਲਾਦ ਦੋਗੇ ਟਰਾਲੀਆਂ ਲੈ ਜਾਓ ਘਰਾਂ ਨੂੰ, ਅਸੀਂ ਨਹੀਂ ਲੈ ਕੇ ਜਾਵਾਂਗੇ। ਜਿੰਨਾ ਚਿਰ ਲਿਖਤੀ ਰੂਪ ਚ ਨਹੀਂ ਆਉਂਦਾ ਉਹਨਾਂ ਚਿਰ ਟਰਾਲੀਆਂ ਵਾਪਸ ਨਹੀਂ ਲਿਆਵਾਂਗੇ ਅਸੀਂ। ਕਾਨੂੰਨ ਭਾਈ ਜਿਹੜੇ ਮੋਦੀ ਨੇ ਰੱਦ ਕੀਤੇ ਨੇ, ਅਜੇ ਇਹਦਾ ਝੂਠਾ ਪ੍ਰਧਾਨ ਮੰਤਰੀ ਆ ਸਾਰਿਆਂ ਨਾਲੋਂ, ਇਹਦਾ ਕੋਈ ਪਤਾ ਨਹੀਂ ਮੁੱਕਰ ਨਾ ਜਾਵੇ। ਹੋ ਸਕਦਾ ਇਹਨੇ 26 ਜਨਵਰੀ ਨੂੰ ਉੱਥੇ ਜਾਣਾ, ਆ ਹੁਣ 26 ਨੂੰ ਆਪਣੇ ਨਵੰਬਰ ਨੂੰ ਉੱਥੇ ਪਹੁੰਚਣਾ ਹੀ ਸਾਰਿਆਂ ਨੇ, ਸੰਸਦ ਦਾ ਘਿਰਾਓ ਕਰਨਾ ਹੀ। ਇਹ ਤਾਂ ਹੁਣ ਕਹਿੰਦਾ ਕਿਸਾਨਾਂ ਨੂੰ ਘਰਾਂ ਨੂੰ ਜਾਓ, ਗੁਰੂ ਨਾਨਕ ਦੇਵ ਜੀ ਦਾ ਪੁਰਬ ਮਨਾਓ। ਜਿੰਨਾ ਚਿਰ ਸੰਸਦ ਦੇ ਵਿੱਚ ਮੋਹਰ ਲਾ ਕੇ ਬਾਹਰ ਨਹੀਂ ਆਉਂਦੇ ਵੀ ਕਾਨੂੰਨ ਰੱਦ ਹੋ ਗਏ, ਉਨਾ ਚਿਰ ਸਾਨੂੰ ਕੋਈ ਯਕੀਨ ਨਹੀਂ ਇਹ ਤੇ। ਉਹ ਤਾਂ ਕਿਸਾਨ ਬੈਠੇ ਰਹਿਣਗੇ ਜੀ। ਹਾਂ ਉਵੇਂ ਹੀ ਉਹਨਾਂ ਬੈਠੇ ਦਾ ਰਹਿਣ। ਦਿੱਲੀ ਬੈਠੇ ਰਵਾਂਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਲਖਵਿੰਦਰ ਲੱਕੀ। ਬੜੇ ਲੰਮੇ ਸਮੇਂ ਤੋਂ ਬਾਅਦ, ਤਕਰੀਬਨ 1 ਸਾਲ ਦੇ ਸਮੇਂ ਤੋਂ ਬਾਅਦ ਆਖਰਕਾਰ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ। ਜਿਵੇਂ ਹੀ ਇਹ ਖਬਰ ਟੀਵੀ ਤੇ ਪ੍ਰਕਾਸ਼ਿਤ ਹੋਈ ਤਾਂ ਕਿਸਾਨਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ। ਤਾਂ ਇਸੇ ਲਈ ਅਸੀਂ ਖੰਨਾ ਦੇ ਰੇਲਵੇ ਸਟੇਸ਼ਨ ਤੇ ਬੈਠੇ ਹਾਂ, ਪਹੁੰਚੇ ਜਿੱਥੇ ਲਗਾਤਾਰ ਕਿਸਾਨ ਪਿਛਲੇ 1 ਸਾਲ ਤੋਂ ਸੰਘਰਸ਼ ਲਈ ਬੈਠੇ ਸੀ। ਕਿਸਾਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿੰਨੀ ਕੁ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਜਿਹੜਾ ਐਲਾਨ ਕੀਤਾ। ਸਭ ਤੋਂ ਪਹਿਲਾਂ ਰਜਿੰਦਰ ਸਿੰਘ ਬੈਨੀਪਾਲ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਪ੍ਰਧਾਨ ਜੀ, ਬੜਾ ਇਤਿਹਾਸਕ ਦਿਨ ਅੱਜ ਦਾ ਜਿਹੜਾ ਹੈਗਾ ਮੰਨਿਆ ਜਾ ਰਿਹਾ, ਕੀ ਸਮਝਦੇ ਹੋ ਵੀ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ? ਪਹਿਲਾਂ ਤਾਂ ਮੈਂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਦੇਸ਼ ਵਿਦੇਸ਼ 'ਚ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ। ਦੂਸਰਾ, ਮੈਂ ਉਸ ਪ੍ਰਧਾਨ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨੇ ਇਹ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ। ਹਾਲੇ ਮਤਲਬ ਪ੍ਰਧਾਨ ਮੰਤਰੀ ਸਾਹਿਬ ਕੁਝ ਸਾਡੇ ਐਲਾਨ ਬਾਕੀ ਨੇ, ਜਿੰਨਾ ਚਿਰ ਸੰਸਦ ਦੇ ਵਿੱਚ ਬਿੱਲ ਇਹ ਰੱਦ ਨਹੀਂ ਹੁੰਦੇ ਔਰ ਰਾਸ਼ਟਰਪਤੀ ਦੇ ਸਾਈਨ ਨਹੀਂ ਹੁੰਦੇ, ਉਹਨਾਂ ਚਿਰ ਸਾਨੂੰ ਹਾਲੇ ਤੇਰੇ ਤੇ ਥੋੜ੍ਹਾ ਜਿਹਾ ਵਿਸ਼ਵਾਸ ਨਹੀਂ। ਕਿਉਂ ਤਾਂ ਪਹਿਲਾਂ ਵੀ ਬਹੁਤ ਵਾਰੀ ਝੂਠ ਬੋਲਿਆ, ਇਸ ਲਈ ਤਾਂ ਕਿਹਾ ਸੀ ਵੀ ਕਿਸਾਨਾਂ ਦੇ ਕਰਜ਼ੇ ਮਾਫ ਕਰੂੰਗਾ, ਮੈਂ 15 ਲੱਖ ਰੁਪਈਆ ਲੋਕਾਂ ਦੇ ਖਾਤਿਆਂ 'ਚ ਪਾਊਂਗਾ, ਮੈਂ ਸਾਰੇ 2 ਕਰੋੜ ਲੋਕਾਂ ਨੂੰ ਨੌਕਰੀਆਂ ਦਊਂਗਾ। ਹਾਲੇ ਉਹ ਸਾਰਾ ਕੁਝ ਬਾਕੀ ਆ। ਤੁਸੀਂ ਜੋ ਕੁਝ ਕੀਤਾ ਬਹੁਤ ਠੀਕ ਕੀਤਾ, ਸਾਨੂੰ ਬਹੁਤ ਖੁਸ਼ੀ ਆ। ਇਹ ਜਿੱਤ ਲੋਕਾਂ ਦੀ ਹੋਈ ਆ, ਕਿਉਂਕਿ 1 ਸਾਲ ਪੂਰਾ ਹੋ ਗਿਆ ਦਿੱਲੀ ਬੈਠਿਆਂ ਨੂੰ। ਮੈਂ ਧੰਨਵਾਦੀ ਹਾਂ ਉਹਨਾਂ ਵੀਰਾਂ ਦਾ ਜਿਹੜੇ ਦਿੱਲੀ ਸਾਡੀਆਂ ਬੀਬੀਆਂ ਭੈਣਾਂ ਬੈਠੀਆਂ ਨੇ, ਉਹਨਾਂ ਦੇ ਚਰਨਾਂ 'ਚ ਮੇਰਾ ਸਿਰ ਝੁਕਦਾ। ਦੂਸਰਾ, ਮੇਰਾ ਉਹਨਾਂ ਚਰਨਾਂ 'ਚ ਸਿਰ ਝੁਕਦਾ ਜਿਹੜੇ 700 ਦੇ ਕਰੀਬ ਸਾਡੇ ਉੱਥੇ ਮੋਰਚੇ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ, ਉਹਨਾਂ ਮੂਹਰੇ ਵੀ ਸਿਰ ਝੁਕਦਾ। ਸਾਰੀ ਜਿੱਤ ਹੋਈ ਆ ਇਹ ਲੋਕਾਂ ਦੀ ਹੋਈ ਆ, ਕਿਉਂਕਿ ਇਕੱਲੇ ਨੇ ਆਪਣਾ ਫਰਜ਼ ਸਮਝ ਕੇ ਇਹ ਅੰਦੋਲਨ ਲੜਿਆ। ਭਾਵੇਂ ਕੋਈ ਮਜ਼ਦੂਰ ਸੀ, ਭਾਵੇਂ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਸੀ, ਸਾਰੀਆਂ ਬੀਬੀਆਂ ਨੇ, ਭੈਣਾਂ ਨੇ, ਦੇਸ਼ ਵਾਸੀਆਂ ਨੇ ਇਹ ਅੰਦੋਲਨ ਲੜਿਆ। ਬੜਾ ਲੰਬਾ ਅੰਦੋਲਨ ਲੜਿਆ। 1 ਸਾਲ ਹੋ ਗਿਆ, ਗਰਮੀਆਂ ਵੀ ਚੱਲੀਆਂ, ਸਰਦੀਆਂ ਵੀ ਚੱਲੀਆਂ, ਪਰ ਸਾਨੂੰ ਅੱਜ ਖੁਸ਼ੀ ਆ ਮੋਦੀ ਸਾਹਿਬ ਨੇ ਜਿਹੜੇ ਬਿੱਲ ਕਾਲੇ ਕਾਨੂੰਨ 3 ਰੱਦ ਕੀਤੇ ਨੇ, ਇਹਨੂੰ ਪੂਰਾ ਸਿਰੇ ਚੜਾਇਆ ਜਾਵੇ। ਅਸੀਂ ਇਹਦੇ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਤੇ ਕਿਸਾਨਾਂ ਅਤੇ ਸਿਆਸਤਦਾਨਾਂ ਦੇ ਵੱਲੋਂ ਲਗਾਤਾਰ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ। ਉਹਨਾਂ ਦੇ ਵੱਲੋਂ ਲੱਡੂ ਵੰਡ ਕੇ ਆਪਣੀ ਖੁਸ਼ੀ ਮਨਾਈ ਜਾ ਰਹੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹਿਸ਼ਿੰਦਰ ਸਿੰਘ ਗਰੇਵਾਲ ਨੇ ਵੀ ਕਿਸਾਨਾਂ ਨੂੰ ਮੁਬਾਰਕਬਾਦ ਦਿੱਤੀ ਹੈ। ਕਾਂਗਰਸੀ ਆਗੂ ਸੰਦੀਪ ਸੰਧੂ ਨੇ ਵੀ ਗੁਰਪੁਰਬ ਅਤੇ ਖੇਤੀ ਕਾਨੂੰਨ ਰੱਦ ਕਰਨ ਦੇ ਹੋਏ ਐਲਾਨ ਤੇ ਵੀ ਕਿਸਾਨਾਂ ਨੂੰ ਵਧਾਈ ਦਿੱਤੀ ਹੈ। ਇਸ ਨਾਲ ਹੀ ਕਾਂਗਰਸੀ ਆਗੂ ਰਮਨ ਸੁਬਰਾਮਨੀਅਮ ਨੇ ਵੀ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਸਭ ਨੂੰ ਮੁਬਾਰਕਬਾਦ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪੀਏਸੀ ਮੈਂਬਰ ਗੁਰਿੰਦਰਪਾਲ ਪੱਪੂ, ਖੁਰਾਕ ਸਪਲਾਈ ਮੰਤਰੀ ਭਰਤਭੂਸ਼ਣ ਆਸ਼ੂ ਅਤੇ ਸੀਨੀਅਰ ਕਾਂਗਰਸੀ ਆਗੂ ਕੰਵਰ ਹਰਪ੍ਰੀਤ ਸਿੰਘ ਨੇ ਵੀ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਸਾਨਾਂ ਨੂੰ ਵਧਾਈ ਦਿੱਤੀ। ਤੇ ਪ੍ਰਕਾਸ਼ ਪੁਰਬ ਦੀ ਮੈਂ ਸਾਰੇ ਪੰਜਾਬੀਆਂ ਨੂੰ, ਖਾਸ ਤੌਰ ਤੇ ਹਿੰਦੁਸਤਾਨ ਵਾਸੀਆਂ ਨੂੰ ਵਧਾਈ ਦੇਣਾ। ਔਰ ਇਹਨੇ ਪਵਿੱਤਰ ਦਿਹਾੜੇ ਤੇ ਜਿਹੜੀ ਇਹ ਅਨਾਉਂਸਮੈਂਟ ਆਈ ਹੈ, ਇਹ ਮੈਂ ਸਮਝਦਾ ਕਿਸਾਨਾਂ ਦੇ ਅੰਦੋਲਨ ਦੀ ਜਿੱਤ ਆ। ਇਹ ਕਿਸਾਨਾਂ ਦੀ ਜਿੱਤ ਆ, ਹਿੰਦੁਸਤਾਨ ਦੀ ਡੈਮੋਕ੍ਰੇਸੀ ਦੀ ਜਿੱਤ ਆ, ਇਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੀ ਭਾਵਨਾ ਦੀ ਜਿੱਤ ਆ। ਜਿਸ ਤਰੀਕੇ ਇੱਕ ਡਿਕਟੇਟੋਰੀਅਲ ਐਟੀਟਿਊਡ ਦੇ ਨਾਲ 3 ਕਾਨੂੰਨ ਬਣਾਏ ਗਏ ਸੀਗੇ, ਔਰ ਪਿੱਛੇ ਜਿੰਨੇ ਚਾਹੇ ਨਾਗਰਿਕਤਾ ਕਾਨੂੰਨ ਸੀ, ਸੀਏ ਵਗੈਰਾ, ਬਗੈਰ ਡਿਸਕਸ਼ਨ ਤੋਂ ਤਾਨਾਸ਼ਾਹੀ ਤਰੀਕੇ ਨਾਲ ਇਹ ਲਾਗੂ ਕੀਤੇ ਜਾਂਦੇ ਸੀਗੇ। ਅੱਜ ਇਹ ਕਾਨੂੰਨ ਵਾਪਸ ਲੈਣ ਤੋਂ ਬਾਅਦ ਇਹ ਸਿੱਧ ਹੋ ਗਿਆ ਵੀ ਵਾਕਈ ਹਿੰਦੁਸਤਾਨ ਦੀ ਡੈਮੋਕ੍ਰੇਸੀ ਜਿੰਦਾ ਆ। ਇੱਥੇ ਲੋਕ ਆਵਾਜ਼ ਦੀ ਜਿੱਤ ਹੋਈ ਹੈ
ਤੇ ਮੈਂ ਕਿਸਾਨਾਂ ਨੂੰ ਇਹਦੀ ਵਧਾਈ ਦਿੰਦਾ ਆ। ਇੱਕ ਹੰਕਾਰ ਟੁੱਟਿਆ ਆ। ਉਹ ਇਹ ਕ੍ਰੈਡਿਟ ਜਿਹੜਾ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਜਾਂਦਾ, ਸਾਰੇ ਪੰਜਾਬੀਆਂ ਨੂੰ ਜਾਂਦਾ, ਜਿਨ੍ਹਾਂ ਨੇ ਡਟ ਕੇ ਇਹ ਕਾਲੇ ਕਾਨੂੰਨਾਂ ਦੀ ਵਿਰੋਧਤਾ ਕੀਤੀ ਔਰ ਸੰਘਰਸ਼ ਵਿੱਢਿਆ। ਔਰ ਅੱਜ ਕਿੰਨੇ ਸਮੇਂ ਤੋਂ ਕਿਸਾਨ ਸਾਡੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀਗੇ, ਕਿੰਨੀਆਂ ਜਾਨਾਂ ਤੱਕ ਚਲੀਆਂ ਗਈਆਂ, ਕਿੰਨੇ ਲੋਕ ਜਿਹੜੇ ਨੇ ਆਪਣੇ ਘਰ ਛੱਡ ਕੇ ਉੱਥੇ ਬੈਠੇ ਰਹੇ। ਸੋ ਇਹ ਸਾਰਾ ਨਤੀਜਾ ਉਸ ਗੱਲ ਦਾ ਜਿਹੜਾ ਕਿ ਅੱਜ ਕੇਂਦਰ ਸਰਕਾਰ ਨੂੰ ਝੁਕਣਾ ਪਿਆ। ਦੇਰ ਆਇਆ ਫੈਸਲਾ ਬਹੁਤ ਜ਼ਿਆਦਾ, ਚਲੋ ਅਸੀਂ ਵੈਲਕਮ ਕਰਦੇ ਹਾਂ, ਕਿਉਂਕਿ ਅਸੀਂ ਵੀ ਇਹੀ ਮੰਗ ਕਰਦੇ ਸੀ। ਕਾਂਗਰਸ ਪਾਰਟੀ ਨੇ ਵੀ ਪਹਿਲੇ ਦਿਨ ਤੋਂ ਜਦੋਂ ਇਹ ਕਾਲੇ ਕਾਨੂੰਨ ਬਣੇ ਉਦੋਂ ਤੋਂ ਵਿਰੋਧ ਕਰਨਾ ਸ਼ੁਰੂ ਕੀਤਾ। ਪੰਜਾਬ ਦੀ ਵਿਧਾਨ ਸਭਾ ਵਿੱਚ ਵੀ ਇੱਕ ਵਾਰੀ ਨਹੀਂ 2 ਵਾਰ ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ, ਰੈਜ਼ੋਲੂਸ਼ਨ ਪਾਇਆ। ਔਰ ਉਹਦੇ ਨਾਲ ਕਾਂਗਰਸ ਪਾਰਟੀ ਨੇ ਵੀ ਆਪਣੇ ਪੱਧਰ ਤੇ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ। ਅਸੀਂ ਵੀ ਆਪੋ ਆਪਣੇ ਵਿਧਾਨ ਸਭਾ ਹਲਕਿਆਂ 'ਚ ਬਹੁਤ ਵੱਡੇ ਟਰੈਕਟਰ ਮਾਰਚ ਕੱਢੇ, ਸਕੂਟਰ ਮੋਟਰਸਾਈਕਲ ਮਾਰਚ ਕੱਢੇ। ਸੋ ਇਹਦੇ 'ਚ ਸਾਰਿਆਂ ਨੇ ਹਮਾਇਤ ਕੀਤੀ, ਇਹ ਕਾਲੇ ਕਾਨੂੰਨਾਂ ਦੇ ਖਿਲਾਫ ਖੜੇ ਹੋ ਗਏ ਸਾਰੇ ਪੰਜਾਬੀ। ਤੋਂ ਪਹਿਲਾਂ ਤਾਂ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਪੁਰਬ ਦੀਆਂ ਵਧਾਈਆਂ ਦਿੰਦਾ। ਦੂਸਰਾ, ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਕਿ ਉਹਨਾਂ ਨੇ ਅੱਜ ਆਪਣੇ ਅਵਤਾਰ ਪੁਰਬ ਵਾਲੇ ਦਿਨ ਪ੍ਰਧਾਨ ਮੰਤਰੀ ਮੋਦੀ ਨੂੰ ਸਮੱਤ ਦਿੱਤੀ ਤੇ ਮੋਦੀ ਨੇ ਇਹ ਤਿੰਨੇ ਕਾਲੇ ਕਾਨੂੰਨ ਜੋ ਜ਼ਿਮੀਂਦਾਰਾਂ ਤੇ ਠੋਸੇ ਸੀ ਵਾਪਸ ਲਏ। ਇਸ ਗੱਲ ਦੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਮੋਦੀ ਜੀ ਨੇ ਅੱਜ ਇਹ ਕਾਲੇ ਕਾਨੂੰਨ ਵਾਪਸ ਲਏ, ਜਿਹੜੇ ਪਹਿਲਾਂ ਲੈ ਲੈਣੇ ਚਾਹੀਦੇ ਸੀ। ਬੜੀ ਕੀਮਤ ਸਮੁੱਚੀ ਕਿਸਾਨੀ ਨੂੰ ਉਠਾਉਣੀ ਪਈ। ਸਮੁੱਚਾ ਕਿਸਾਨ ਸੰਘਰਸ਼ ਇਸ ਗੱਲ ਲਈ ਵਧਾਈ ਦਾ ਪਾਤਰ ਹੈ, ਜਿਨ੍ਹਾਂ ਨੇ 1 ਸਾਲ ਪੀਸਫੁਲ ਸੰਘਰਸ਼ ਕਰਕੇ ਇਹ ਆਖਰ ਵਿੱਚ ਜਿੱਤ ਪ੍ਰਾਪਤ ਹੋਈ। ਜਿੱਤ ਇੱਥੇ ਗੱਲ ਆ ਕੇ ਉਹ ਖੜ ਗਈ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਸੱਚ ਦੀ ਜਿੱਤ ਹੋਈ ਹੈ। ਬਰੂਹਾਂ ਤੇ ਬੈਠ ਕੇ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਮੋਰਚਾ ਲਾ ਕੇ ਬੈਠੇ ਸੀ। ਔਰ ਮੈਂ ਸਮਝਦਾ ਵਾਂ 700 ਤੋਂ ਵੱਧ ਸ਼ਹੀਦੀਆਂ ਹੋ ਚੁੱਕੀਆਂ ਨੇ। ਔਰ ਮੀਂਹ, ਹਨੇਰੀ, ਝੱਖੜ, ਤੂਫਾਨ, ਗਰਮੀ, ਸਰਦੀ, ਸਾਰਾ ਕਿਸਾਨਾਂ ਮਜ਼ਦੂਰਾਂ ਨੇ ਆਪਣੇ ਪਿੰਡੇ ਤੇ ਝੱਲਿਆ। ਔਰ ਅੱਜ ਜੋ ਨੁਕਸਾਨ ਬਹੁਤ ਵੱਡੀ ਪੱਧਰ ਤੇ ਹੋਇਆ ਹੈ, ਉਸ ਦੀ ਪੂਰਤੀ ਹੋਣੀ ਬਹੁਤ ਔਖੀ ਹੈ। ਪਰ ਫਿਰ ਵੀ ਜੋ ਫੈਸਲਾ ਅੱਜ ਸਾਡੇ ਮਾਣਯੋਗ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਲਿਆ ਹੈ, ਅਸੀਂ ਉਹਦੀ ਪ੍ਰਸ਼ੰਸਾ ਕਰਦੇ ਹਾਂ ਅਤੇ ਇੱਕ ਬੇਨਤੀ ਕਰਾਂਗੇ ਕਿ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ, ਉਸ ਦੀ ਪੂਰਤੀ ਲਈ ਵੀ ਯੋਜਨਾ ਬਣਾਈ ਜਾਵੇ, ਤਾਂ ਜੋ ਕਿਸਾਨ ਮਜ਼ਦੂਰ ਦੁਬਾਰਾ ਆਪਣੀ ਜਿਹੜੀ ਹੈ ਕਿਰਤ ਕੱਢ ਸਕਣ। ਮੈਂ ਸਮਝਦਾ ਵਾਂ ਅੱਜ ਦੇਗ ਤੇਗ ਫਤਿਹ ਦਾ ਜਿਹੜਾ ਨਾਅਰਾ ਹੈ ਉਹ ਬੁਲੰਦ ਹੋਇਆ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਹੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਗੁਰੂ ਸਾਹਿਬ ਦੇ ਜਨਮ ਦਿਹਾੜੇ ਦੇ ਮੌਕੇ ਤੇ ਮੁਬਾਰਕਬਾਦ ਦਿੰਦਾ ਤੇ ਇਸ ਦੇ ਨਾਲ ਹੀ ਅੱਜ ਦੇ ਗੁਰਪੁਰਬ ਦੇ ਇਸ ਸ਼ੁਭ ਮੌਕੇ ਤੇ ਜੋ ਸਾਨੂੰ ਇੱਕ ਚੰਗੀ ਖਬਰ ਸੁਣਨ ਨੂੰ ਮਿਲੀ ਹੈ ਕਿ ਜੋ ਕੇਂਦਰ ਦੀ ਭਾਜਪਾ ਸਰਕਾਰ 3 ਕਾਲੇ ਖੇਤੀ ਕਾਨੂੰਨ ਵਾਪਸ ਲੈਣ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਅੱਜ ਦੇ ਮਲਕ ਭਾਗੋ ਨਰਿੰਦਰ ਮੋਦੀ ਵੱਲੋਂ ਗੁਰੂ ਸਾਹਿਬ ਦੇ ਦੱਸੇ ਰਸਤੇ ਤੇ ਚੱਲਣ ਵਾਲੇ ਭਾਈ ਲਾਲੋ ਦੇ ਵਾਰਸਾਂ ਕੋਲੋਂ ਇੱਕ ਵਾਰ ਫਿਰ ਤੋਂ ਮਾਫੀ ਵੀ ਮੰਗੀ ਗਈ ਹੈ। ਹਾਲਾਂਕਿ ਉਸ ਮਾਫੀ ਦੇ ਵਿੱਚ ਜੋ ਉਹਨਾਂ ਦਾ ਲਹਿਜਾ ਸੀ ਤੇ ਉਸ ਦੇ ਵਿੱਚ ਵਰਤੀ ਗਈ ਜੋ ਭਾਸ਼ਾ ਸੀ, ਉਸ ਤੋਂ ਉਹਨਾਂ ਦੇ ਹੰਕਾਰ ਦੀ ਝਲਕ ਸਪਸ਼ਟ ਨਜ਼ਰ ਆ ਰਹੀ ਸੀ। ਸਾਂਝੀ ਵਾਲਤਾ ਦੇ ਪ੍ਰਤੀਕ ਸਨ, ਜਿਨ੍ਹਾਂ ਨੇ ਦੁਨੀਆ ਦੇ ਉੱਪਰ ਆ ਕੇ ਪਾਪਾਂ ਦਾ ਨਾਸ਼ ਕੀਤਾ, ਲੋਕਾਂ ਨੂੰ ਚਾਨਣਾ ਦਿਖਾਇਆ। ਅੱਜ ਮੋਦੀ ਸਰਕਾਰ ਨੇ ਸਾਰੇ ਦੇ ਇਲਾਕੇ ਜੋ ਅੱਜ ਪੈਸਾ ਕਿਸਾਨਾਂ ਦਾ ਕੀਤਾ ਹੈ, ਬੜਾ ਖੁਸ਼ੀ ਭਰਿਆ ਮਾਹੌਲ ਹੈ, ਕਿਉਂਕਿ ਜਿੰਨਾ ਮਰਜ਼ੀ ਨੁਕਸਾਨ ਹੋਇਆ ਪਰ ਚਲੋ ਦੇਰ ਆਏ ਦੁਰੁਸਤ ਆਏ। ਅੱਜ ਆਉਣਾ ਬੜਾ ਖੁਸ਼ੀ ਦਾ ਮਾਹੌਲ ਹੈ। ਇੱਕ ਤਾਂ ਗੁਰਪੁਰਬ ਦਾ, ਦੂਸਰਾ ਇਹ ਦਾ। ਅੱਜ ਲੋਕਾਂ ਦੇ ਪੂਰਾ ਚਾਅ ਹੈ, ਪੂਰੀ ਖੁਸ਼ੀ ਹੈ, ਉਮੰਗ ਹੈ। और मैं एक बार फिर गुरपुरब की सब बनाई जामा मस्जिद के ਵਿੱਚ ਵੀ ਇਹੀ ਲੱਡੂ ਵੰਡੇ ਗਏ, ਖੁਸ਼ੀ ਮਨਾਈ ਗਈ। ਸਾਰੇ ਸ਼ਹਿਰ ਹੀ ਵੰਡੇ ਜਾ ਰਹੇ, ਬਾਬਾ ਜੀ ਦਾ ਜਨਮ ਦਿਨ ਹੈ ਤੇ ਸਾਰੇ ਸ਼ਹਿਰ ਹੀ ਵੰਡ ਰਹੇ। ਸੋ ਕੇਂਦਰ ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਹਰ ਪਾਸੇ ਜਸ਼ਨ ਦਾ ਮਾਹੌਲ ਹੈ। ਲੁਧਿਆਣੇ ਦੇ ਪਿੰਡ ਸਨੇਹ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਜਸ਼ਨ ਮਨਾਇਆ ਗਿਆ। ਢੋਲ ਤੇ ਨਚਕਾ ਕੇ ਮਹਿਲਾਵਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਇਸ ਮੌਕੇ ਉਹਨਾਂ ਕੇਂਦਰ ਦੇ ਇਸ ਫੈਸਲੇ ਦਾ ਵੀ ਸਵਾਗਤ ਕੀਤਾ ਤੇ ਨਾਲ ਹੀ ਇੱਕ ਦੂਸਰੇ ਦਾ ਮੂੰਹ ਮਿੱਠਾ ਵੀ ਕਰਵਾਇਆ। ਅੱਜ ਅਸੀਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤੇ ਮੈਂ ਇਹ ਵੀ ਕਹਿਣਾ ਚਾਹੁੰਦੀ ਆ ਕਿ ਸਾਨੂੰ ਜਿੱਥੇ ਅਸੀਂ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾ ਰਹੇ ਆ,
ਉੱਥੇ ਸਾਨੂੰ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ। ਤੇ ਅੱਜ ਖਾਸ ਤੌਰ ਤੇ ਜੋ ਸਾਡੀ ਬਹੁਤ ਵੱਡੀ ਕਿਸਾਨ ਵੀਰਾਂ ਦੀ, ਸਾਰੇ ਦੇਸ਼ ਵਾਸੀਆਂ ਦੀ ਜਿੱਤ ਹੋਈ ਹੈ, ਉਹ ਇਹ ਹੈ ਕਿ ਮੋਦੀ ਜੀ ਨੇ ਜਿਹੜੇ ਖੁਦ ਹੀ 3 ਕਾਲੇ ਕਾਨੂੰਨ ਬਣਾਏ ਸੀ, ਅੱਜ ਕਿਸਾਨਾਂ ਦੇ ਸੰਘਰਸ਼ ਦੇ ਅੱਗੇ ਉਹਨਾਂ ਨੇ ਆਪਣਾ ਇਹ ਕਾਲੇ ਕਾਨੂੰਨ ਜਿਹੜੇ ਹੈ ਉਹ ਵਾਪਸ ਲਏ ਹੈ। ਸਾਰੇ ਕਿਸਾਨ ਵੀਰਾਂ ਦੀ, ਮਜ਼ਦੂਰਾਂ ਦੀ, ਸਾਰੇ ਦੇਸ਼ ਵਾਸੀਆਂ ਦੀ ਬਹੁਤ ਵੱਡੀ ਜਿੱਤ ਹੋਈ ਹੈ। ਤੇ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜਿੱਥੇ ਕਾਲੇ ਕਾਨੂੰਨ ਉਹਨਾਂ ਨੇ ਵਾਪਸ ਲਏ ਹੈ, ਉੱਥੇ ਉਹਨਾਂ ਨੇ ਜਿਹੜੇ ਸ਼ਹੀਦ 700 ਬੰਦਾ ਇਸ ਸੰਘਰਸ਼ ਦੇ ਲਈ ਆਪਣੀਆਂ ਜਾਨਾਂ ਤਿਆਗ ਕੇ ਚਲਾ ਗਿਆ, ਤੇ ਉਹਨਾਂ ਸ਼ਹੀਦਾਂ ਦੇ ਵਾਸਤੇ ਅਸੀਂ ਉਹਨਾਂ ਨੂੰ ਵੀ ਅੱਜ ਸ਼ਰਧਾਂਜਲੀ ਭੇਟ ਕਰਦੇ ਹਾਂ। ਸਾਨੂੰ ਅੱਜ ਇਹ ਵਾਪਸ ਕਾਨੂੰਨ ਲਿਆ ਗਿਆ ਦੀ ਬਹੁਤ ਬਹੁਤ ਖੁਸ਼ੀ ਹੋਈ ਆ। ਅਸੀਂ ਸਾਰੇ ਸਨੇਤ ਪਿੰਡ ਵਾਲੇ ਵਾਸੀ ਇਹਨਾਂ ਵੀਰਾਂ ਨੂੰ, ਕਿਸਾਨ ਵੀਰਾਂ ਨੂੰ ਜਿੱਤ ਤੇ ਬਹੁਤ ਬਹੁਤ ਵਧਾਈ ਦਿੰਦੇ ਆ। ਇਹਨਾਂ ਨੇ ਆਪਣੇ ਮੋਰਚੇ ਤੇ ਫਤਿਹ ਪਾਈ, ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਆ। ਇਹਨਾਂ ਨੇ ਆਪਣਾ ਮੋਰਚਾ ਫਤਿਹ ਕੀਤਾ। ਮੋਦੀ ਜੀ ਨੂੰ ਲੱਖ ਲੱਖ ਵਧਾਈ ਦਿੰਦੇ ਆ, ਉਹਨਾਂ ਦਾ ਧੰਨਵਾਦ ਕਰਦੇ ਆ, ਕਿਉਂਕਿ ਚਾਹੇ ਦੇਰ ਬਾਅਦ ਹੀ ਉਹਨਾਂ ਨੇ ਫੈਸਲਾ ਲਿਆ, ਪਰ ਲਿਆ ਕਿਸਾਨਾਂ ਦੇ ਹੱਕ 'ਚ। ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ। ਪੰਜਾਬ ਮਾਮਲੇ ਦੇ ਇੰਚਾਰਜ ਹਰੀਸ਼ ਚੌਧਰੀ ਲੁਧਿਆਣਾ ਪਹੁੰਚੇ, ਜਿੱਥੇ ਕਿ ਉਹਨਾਂ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਤਾਂ ਰੱਦ ਕਰ ਦਿੱਤੇ ਨੇ, ਪਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਗੱਲ ਕੀਤੀ ਉਹ ਕੋਈ ਬਹੁਤੀ ਚੰਗੀ ਨਹੀਂ ਸੀ। ਇਸ ਮੌਕੇ ਉਹਨਾਂ ਕਿਹਾ ਕਿ ਕਿਸਾਨਾਂ ਦੀ ਮੁੱਖ ਮੰਗ MSP ਸੀ, ਜਿਸ ਮੁੱਦੇ ਦੇ ਉੱਪਰ ਪ੍ਰਧਾਨ ਮੰਤਰੀ ਨੇ ਕੁਝ ਨਹੀਂ ਕਿਹਾ। ਇਸ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਆਪਣੇ ਸੰਬੋਧਨ ਦੇ ਵਿੱਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਗਈ ਤੇ ਨਾ ਹੀ ਕੋਈ ਰਾਹਤ ਦਾ ਐਲਾਨ ਕੀਤਾ ਗਿਆ, जो कि मंदभागी गल है। सैकड़ों किसानों की शहादत और देश के किसानों की एकजुटता से आज कृषि बिल को रिपील किया गया है। ये किसानों की जीत, किसानों की संपूर्ण मांग इस आंदोलन के अंदर इन बिलों से भी आगे की थी। 1 साल तक किसानों के साथ जो व्यवहार किया गया, किसानों को सहयोग करने वाले हर वर्ग को, चाहे पंजाब के आड़तियों के साथ सेंट्रल एजेंसी द्वारा जो कृत्य किया गया वो निंदनीय है। इतिहास कभी भी इस चीज को सही ढंग से नहीं देखी। अडानी और अंबानी के 3 लाख करोड़ रुपए का टैक्स बेनिफिट देना उन लोगों के लिए ठीक था। बड़े पूंजीपतियों को पूरी बाजार देना उन लोगों के लिए ठीक था, पर किसानों को ताकत, किसान को लौटाना उन लोगों को असफलता लगी। पंजाब इलेक्शन को देखते हुए लगता है कि ये फैसला मतलब किसान के लिए हम लोगों को सियासत से आगे बढ़कर फैसला लेने चाहिए कि चुनाव तो हर 5 साल के अंदर होंगे। अगर देश का किसान नहीं रहेगा, देश का किसान कमजोर रहेगा, तो क्या देश मजबूत हो पाएगा? सिर्फ चुनाव को हम यार्डस्टिक रखकर और कुछ फैसले लें, तो कोई भी कोशिश कर रहा है, कोई भी सोच रहा है, तो मेरे हिसाब से ये करें। केंद्र सरकार और कैप्टन अमरिंदर सिंह जी का गठजोड़ पूरा पंजाब और देश देख चुका। पहले तो वह आंतरिक तौर पर था, और जैसे ही मुख्यमंत्री का बदलाव हुआ वह गठजोड़ सार्वजनिक तौर पर ही। जब पंजाब के किसान को और पंजाब को आवश्यकता थी उनके तरफ खड़े रहने की, उस वक्त कैप्टन अमरिंदर सिंह जी ने किसानों के साथ खड़े नहीं रहे, वो नरेंद्र मोदी और अमित शाह की तरफ खड़े रहे। खेती कानून रद्द करने के फैसले का ऑल इंडिया किसान सभा के आगुआं दे वल्लों भी स्वागत किया गया। इस नाल ही उन्होंने कहा कि जब तक फसलों का समर्थन मुल तय नहीं होता और होर मंगां नहीं मान लईआं जांदियां, उदों तक ये अंदोलन इस तरह चलता रहेगा। ਕੇਂਦਰ ਸਰਕਾਰ ਵੱਲੋਂ 1 ਸਾਲ ਪਹਿਲਾਂ ਬਣਾਏ ਖੇਤੀ ਦੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਲੰਮੇ ਸਮੇਂ ਤੋਂ ਦੇਸ਼ ਦੇ ਕਿਸਾਨ ਜਿਹੜੇ ਇਹ ਜੰਗ ਲੜ ਰਹੇ ਸੀਗੇ ਇਹ ਦੇਸ਼ ਦੀ ਸਰਕਾਰ ਦੇ ਨਾਲ, ਜਿਸ ਤੇ ਅੱਜ ਜਿਹੜੀ ਉਹਨਾਂ ਦੀ ਇੱਕ ਵੱਡੀ ਜਿਹੜੀ ਜਿੱਤ ਹੋਈ ਹੈ। ਜਿਸ ਤਰ੍ਹਾਂ ਨਾਲ ਹੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜੇ ਕਾਨੂੰਨ ਬਣਾਏ ਗਏ ਸੀਗੇ, ਖੇਤੀ ਕਾਨੂੰਨ ਨੇ ਰੱਦ ਕਰਨ ਦੀ ਗੱਲ ਆਖੀ ਗਈ। ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਆ। ਅਸੀਂ ਗੱਲ ਕਰਾਂਗੇ ਕਿਸਾਨ ਸਭਾ ਹਿੰਦ ਕੁੱਲ ਮਹਾਸਭਾ ਦੇ ਕਿਸਾਨ ਜਥੇਬੰਦੀ ਨਾਲ ਸਾਡੇ ਨਾਲ ਨੇ ਗੱਲ ਕਰਾਂਗੇ, ਉਹਨਾਂ ਕੀ ਕਹਿਣਾ ਚਾਹੁੰਦੇ ਨੇ, ਕੀ ਇਦੋਂ ਬਾਅਦ ਦਾ ਕੀ ਐਕਸ਼ਨ ਆਫ ਮੋਡ ਕੀ ਹੋ, ਕੀ ਕਹਿਣਾ ਚਾਹੁੰਦੇ ਜੀ? ਦੇਖੋ ਜੀ, ਜਿਹੜਾ ਅੱਜ ਦਾ ਪ੍ਰਧਾਨ ਮੰਤਰੀ ਦਾ ਦੇਸ਼ ਵਾਸੀਆਂ ਦੇ ਨਾਲ ਬਿਆਨ ਹੈ, ਮਤਲਬ ਵੀ 3 ਕਾਨੂੰਨਾਂ ਨੂੰ ਵਾਪਸ ਲੈਣ ਦਾ, ਅਸੀਂ ਉਹਨੂੰ ਕਿਸਾਨ ਮੋਰਚੇ ਦੀ ਜਿੱਤ ਦੇ ਤੌਰ ਤੇ ਲੈਂਦੇ ਹਾਂ,
ਕਿਉਂਕਿ ਇਸ ਦੇ ਖਾਤਰ ਅਸੀਂ ਇੱਥੋਂ ਚੱਲ ਕੇ 1 ਸਾਲ ਤੋਂ ਪੂਰਾ ਦਿੱਲੀ ਦੇ ਵਿੱਚ ਬੈਠੇ ਹਾਂ ਔਰ ਪ੍ਰਧਾਨ ਮੰਤਰੀ ਦਾ ਇਸ ਤਰ੍ਹਾਂ ਇੱਧਰ ਮੁੜ ਕੇ ਆਉਣਾ ਤੇ ਇਹਦੇ ਬਾਰੇ ਬਿਆਨ ਦੇਣਾ ਕਿ ਸੰਸਦ ਦੇ ਆਉਣ ਵਾਲੇ ਸੈਸ਼ਨ ਦੇ ਵਿੱਚ ਇਹਨੂੰ ਅਸੀਂ ਬਿੱਲ ਰੱਖ ਕੇ ਇਹਨੂੰ ਵਾਪਸ ਕਰਦੇ ਹਾਂ ਔਰ ਜਿਹੜਾ 1 ਸਾਲ ਭਰ ਕਿਸਾਨ ਇੱਥੇ ਕਸ਼ਟ ਝੱਲਿਆ ਸਾਨੂੰ ਉਹ ਵੀ ਅਸੀਂ ਉਹਨੂੰ ਮਹਿਸੂਸ ਕਰਦੇ ਹਾਂ ਔਰ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੂੰ ਦੱਸ ਸਕੀਏ ਕਿ ਇਹ ਕਾਨੂੰਨ ਅਸੀਂ ਕਿਸਾਨਾਂ ਵਾਸਤੇ ਬਣਾਏ ਨੇ ਪਰ ਅਸੀਂ ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਕਰਕੇ ਅਸੀਂ ਕਿਸਾਨਾਂ ਦੀ ਗੱਲ ਮੰਨਦੇ ਹੋਏ ਜਾਂ ਲੋਕਾਂ ਦੀ ਗੱਲ ਮੰਨਦੇ ਹੋਏ ਜਨਤਾ ਦੇ ਫੈਸਲੇ ਨੂੰ ਪ੍ਰਵਾਨ ਕਰਦੇ ਹੋਏ ਅਸੀਂ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਨ ਜਾ ਰਹੇ ਹਾਂ। ਇਹ ਤਾਂ ਰਹੀ ਗੱਲ ਇਸ ਦੀ। ਇਹਦੇ ਨਾਲ ਇਹ ਵੀ ਗੱਲ ਆਉਂਦੀ ਹੈ ਕਿ ਸੰਯੁਕਤ ਮੋਰਚਾ ਜਿਹੜਾ ਉਹਦਾ ਅੰਦੋਲਨ ਸਹੀ ਸੀ ਔਰ ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ ਦੀ ਜਿਹੜੀ ਅੜੀ ਸੀ ਜਿਵੇਂ ਉਹਨਾਂ ਨੇ ਪ੍ਰਵਾਨ ਕੀਤਾ ਉਹ ਮਤਲਬ ਗਲਤ ਸੀ। ਇਸ ਕਰਕੇ ਜਿਹੜਾ ਹੁਣ ਅਸੀਂ ਸਮਝਦੇ ਹਾਂ ਕਿ MSP ਔਰ ਹੋਰ ਜਿਹੜੀਆਂ ਸੈਕੰਡਰੀ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਵੇਂ ਜਿੰਨੇ ਕੇਸ ਬਣੇ ਨੇ ਸਾਡੇ ਕਿਸਾਨਾਂ ਤੇ ਉਹਨਾਂ ਨੂੰ ਵਾਪਸ ਲੈਣ ਦੀ, ਜਿਹੜੇ ਕਿਸਾਨ ਸ਼ਹੀਦ ਹੋਏ ਨੇ 600-700 ਉਹਨਾਂ ਨੂੰ ਕੰਪਨਸੇਟ ਕਰਨ ਦੀ, ਉਹਨਾਂ ਦੇ ਪਰਿਵਾਰਾਂ ਜਨਾਂ ਨੂੰ ਨੌਕਰੀਆਂ ਦੇਣ ਦੀ ਔਰ ਇਸੇ ਤਰ੍ਹਾਂ ਪਰਾਲੀ ਦਾ ਜਿਹੜਾ ਕਾਨੂੰਨ ਹੈ ਉਹਦੇ ਚੋਂ ਆਪਣਾ ਕਿਸਾਨੀ ਦਾ ਮੁੱਦਾ ਜਿਹੜਾ ਉਹਨੂੰ ਬਾਹਰ ਕਰਨ ਦੀ ਔਰ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਹੈ 2020 ਕਹਿ ਲਓ ਉਹਨੂੰ ਵਾਪਸ ਲੈਣ ਦਾ। ਇਹ ਸਾਰੇ ਔਰ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਤੇ ਔਰ ਟਿੱਕਰੀ ਬਾਰਡਰ ਦੇ ਉੱਤੇ ਸ਼ਹੀਦ ਕਿਸਾਨਾਂ ਦੀ ਯਾਦਗਾਰ ਬਣਾਉਣ ਵਾਸਤੇ ਅਸੀਂ ਜਗ੍ਹਾ ਦੀ ਮੰਗ ਕੀਤੀ ਹੋਈ ਹੈ। ਇਹ ਛੋਟੀਆਂ ਸੈਕੰਡਰੀ ਗੱਲਾਂ ਨੇ ਉਹ ਸਰਕਾਰ ਨਾਲ ਕਰਾਂਗੇ ਔਰ ਇਹ ਅੰਦੋਲਨ ਉਹਨਾਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਸਰਕਾਰ ਇਹ ਸਾਡਾ ਸਾਰਾ ਕੁਝ ਜਿਹੜਾ ਮਤਲਬ ਮੰਨ ਨਹੀਂ ਲੈਂਦੀ। ਲੱਗਦਾ ਨਹੀਂ ਹੈਗਾ ਜਿਸ ਤਰ੍ਹਾਂ ਨਾਲ ਅੱਜ ਪ੍ਰਧਾਨ ਮੰਤਰੀ ਨੇ ਅਨਾਉਂਸਮੈਂਟ ਕਰਤੀ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਬਾਰਡਰ ਨੇ ਉੱਥੋਂ ਅੰਦੋਲਨ ਖਤਮ ਕਰ ਦੇਣਾ ਚਾਹੀਦਾ ਹੈਗਾ ਕਿ ਹਲੇ ਵੀ ਕਿਸਾਨ ਜਦ ਤੱਕ ਲੋਕ ਸਭਾ 'ਚ ਨਹੀਂ ਲੈ ਕੇ ਆਉਂਦੇ ਜਦ ਤੱਕ ਨਹੀਂ ਮੰਨਣਗੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਬਲਕਰਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ। ਜਿਹੜਾ ਅੱਜ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਅਸੀਂ ਉਹਦਾ ਸਵਾਗਤ ਕਰਦੇ। ਪਹਿਲੀ ਗੱਲ। ਦੂਜੀ ਗੱਲ ਇਹ ਹੈ ਵੀ ਇਹ ਜਿਹੜੇ ਬਿੱਲ ਸੀ ਇਹ ਕਿਸਾਨ ਦੀ ਧੌਣ ਤੇ ਇੱਕ ਤਲਵਾਰ ਲਟਕਾਈ ਸੀ ਕੇਂਦਰ ਸਰਕਾਰ ਨੇ। ਹਾਲੇ ਉਹ ਤਲਵਾਰ ਪਾਸੇ ਕੀਤੀ ਹੈ ਪਰ ਪਿਛਲੇ ਸਮੇਂ 'ਚ ਖੇਤੀ ਦੇ ਘਾਟੇ ਹੋਣ ਕਾਰਨ ਜਿਹੜੇ ਕਿਸਾਨਾਂ ਦੀਆਂ ਲੱਖਾਂ ਖੁਦਕੁਸ਼ੀਆਂ ਹੋਈਆਂ ਤੇ ਖੇਤੀ ਇੱਕ ਘਾਟੇ ਦਾ ਧੰਦਾ ਬਣੀ ਹੈ ਉਹਨੂੰ ਉੱਚਾ ਚੁੱਕਣ ਵਾਸਤੇ ਜਿਹੜੀ ਅਸੀਂ MSP ਦੀ ਮੰਗ ਕਰ ਰਹੇ ਹਾਂ ਤੇ ਖੇਤੀ ਦੇ ਵਿੱਚ ਸੁਧਾਰ ਦੀ ਮੰਗ ਕਰ ਰਹੇ ਹਾਂ ਉਹ ਸਾਡੀਆਂ ਮੰਗਾਂ ਹਾਲੇ ਬਾਕੀ ਨੇ। ਸਾਡੀ ਇਹ ਪਾਰਲੀਮੈਂਟ ਦੇ ਵਿੱਚ ਐਲਾਨ ਹੋਣਾ ਹੈ। ਚਲੋ ਪ੍ਰਧਾਨ ਮੰਤਰੀ ਜੀ ਦੇ ਅਸੀਂ ਵਿਸ਼ਵਾਸ ਵੀ ਕਰ ਲਿਆ ਆ ਥੋੜ੍ਹੇ ਦਿਨਾਂ ਤੱਕ ਸੈਸ਼ਨ ਸ਼ੁਰੂ ਹੋਣਾ ਹੈ ਉਹ ਕਰ ਦੇਣਗੇ ਵਾਪਸ ਨੋ ਡਾਊਟ ਉਹਨਾਂ ਦੀ ਮੈਜੋਰਟੀ ਹੈ। ਪਰ ਦੂਜੀ ਗੱਲ MSP ਬਾਰੇ ਜਿੰਨਾ ਚਿਰ ਕੰਕਰੀਟ ਐਲਾਨ ਤੇ ਅੱਗੇ ਤੋਂ ਜਿਹੜੇ ਸਾਡੇ ਜਿਨ੍ਹਾਂ ਦੇ ਕਾਰਨ ਖੇਤੀ ਦਾ ਢਾਂਚਾ ਜਿਹੜਾ ਸਾਰਾ ਸਮੁੱਚਾ ਖੇਤੀ ਘਾਟੇ 'ਚ ਚਲੀ ਗਈ ਖੁਦਕੁਸ਼ੀਆਂ ਹੋ ਰਹੀਆਂ ਨੇ ਉਹਨਾਂ ਨੂੰ ਅੱਗੇ ਤੋਂ ਠੀਕ ਕਰਨ ਵਾਸਤੇ ਵੱਡੀਆਂ ਮੰਗਾਂ ਨੇ। ਖੇਤੀ ਕਰਜ਼ੇ ਦੀ ਵਾਪਸੀ ਹੈ ਜਿਵੇਂ ਜਾਂ MSP ਮੁੱਖ ਮੰਗ ਜਿਹੜੀ ਸਾਡੀਆਂ ਇਹਨਾਂ 8 ਮੰਗਾਂ ਜਿਨ੍ਹਾਂ ਦੀ ਗੱਲਬਾਤ ਹੋ ਰਹੀ ਹੈ ਉਹਦੇ 'ਤੇ ਉਹਨਾਂ ਨੇ ਕਿਹਾ ਵੀ ਅਸੀਂ ਕਾਨੂੰਨ ਬਣਾ ਦਾਂਗੇ ਪਰ ਕਿਵੇਂ ਕਰਨਗੇ ਕਿੰਨੀਆਂ ਫਸਲਾਂ ਦੀ ਖਰੀਦ ਕਰਨਗੇ ਇਹ ਹਲੇ ਕਮੇਟੀ ਬਣਨੀ ਹੈ ਤੈਅ ਹੋਣਾ ਹੈ। ਪਰ ਇਹ ਪਾਰਲੀਮੈਂਟ 'ਚ ਜਦ ਤੱਕ ਪਾਸ ਨਹੀਂ ਹੋ ਜਾਂਦਾ ਤਾਂ ਪ੍ਰਧਾਨ ਮੰਤਰੀ ਨੇ ਪਹਿਲਾਂ ਵੀ ਬਹੁਤ ਐਲਾਨ ਕੀਤੇ ਸੀਗੇ ਤੇ ਅਸੀਂ ਉਦੋਂ ਤੱਕ ਅੰਦੋਲਨ ਹੈ ਜਿਹੜਾ ਚਲਾਵਾਂਗੇ। ਤੇ ਉਧਰ ਸ਼ੇਰਪੁਰ ਚੌਂਕ ਨੇੜੇ ਮਿਲਟਰੀ ਕੈਂਪ ਦੇ ਨਜ਼ਦੀਕ ਆਟੋ ਅਤੇ ਕਾਰ ਦੀ ਟੱਕਰ ਹੋਣ ਦੇ ਚੱਲਦਿਆਂ 3 ਲੋਕ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਉਧਰ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਆਟੋ ਅਤੇ ਕਾਰ ਦੀ ਟੱਕਰ ਹੋਣ ਕਰਕੇ ਹਾਦਸਾ ਵਾਪਰਿਆ ਅਤੇ ਆਟੋ ਪਲਟ ਗਿਆ ਜਦਕਿ ਕਾਰ ਸਾਹਮਣੇ ਟੋਏ ਦੇ ਵਿੱਚ ਜਾ ਡਿੱਗੀ। ਮੈਂ ਇਹ ਸ਼ੇਰਪੁਰ ਤੋਂ ਲੈ ਕੇ ਤੇ ਘੰਟਾ ਘਰ ਜਾ ਰਿਹਾ ਸੀ ਜੀ ਤੇ ਹਾਂਜੀ 3-4 ਸਵਾਰੀ ਸੀ ਤੇ ਦੁੱਖ ਨਾਨਕ ਗੁਰਦੁਆਰੇ ਸੀ ਇਹ ਹੈ ਜੀ ਤੇ ਇਸ ਵਾਰ ਜਾ ਰਿਹਾ ਜੀ ਜਿਸ ਤਰ੍ਹਾਂ ਮਾਲੇ ਪਿੱਛੋਂ ਆ ਕੇ ਕਿਹੜੀ ਚੀਜ਼ 'ਚ ਸੀਗੇ ਆਟੋ 'ਚ ਇਹ ਆਟੋ ਮੇਰੇ ਆਪਣੇ ਆਟੋ 'ਚ ਸੀਗੇ ਹਾਂਜੀ ਡਰਾਈਵਰ ਆਟੋ ਦਾ ਇਹ ਮਨੇ ਹੋਸ਼ ਨਹੀਂ ਰਿਹਾ ਜਿਸ ਤਰ੍ਹਾਂ ਬਾਅਦ ਤੇ ਜਾ ਕੇ ਜੇ ਠਾ ਲਗੇ ਬਾਹਰ ਆਟੋ ਦੇ ਵਿੱਚ ਸੀ ਕਿੱਥੋਂ ਆ ਰਹੇ ਸੀ? ਸ਼ੇਰਪੁਰ ਤੋਂ ਘੰਟਾ ਘਰ ਜਾ ਰਹੇ ਸੀਗੇ ਇੱਥੇ ਸਵਾਰੀ ਲਾਣ ਲੱਗੇ ਸੀਗੇ ਇਹ ਤੇ ਮਗਰੋਂ ਆ ਕੇ ਗੱਡੀ ਮਾਰਤੀ ਫਾਟ ਬਹੁਤ ਤੇਜ਼ ਗੱਡੀ ਆ ਰਹੀ ਸੀਗੀ ਮਗਰੋਂ। ਅੱਛਾ ਜੀ ਉਹ ਗੱਡੀ ਵਾਲੇ ਦਾ ਕਸੂਰ ਹੈ ਹੁਣ ਇੰਜਣ ਵੀ ਹੋਏ ਬੰਦੇ ਹੈ ਜੀ ਹਾਂ ਡਰਾਈਵਰ ਦੇ ਸੱਟ ਲੱਗੀ ਹੈ ਸਿਰ ਦੇ ਵਿੱਚ ਡਰਾਈਵਰ ਦੇ ਸੱਟ ਲੱਗੀ ਹੈ ਡਰਾਈਵਰ ਦੇ ਸੱਟ ਲੱਗੀ ਹੈ ਬੱਚੇ ਨੇ ਉਹਨਾਂ ਦੇ ਸੱਟ ਲੱਗੀ ਹੈ ਬੱਚੇ ਬੈਠੇ ਆ ਉਹਨਾਂ ਦੇ ਸੱਟ ਲੱਗੀ ਹੈ। ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਢੋਲੇਵਾਲ ਮਿਲਟਰੀ ਕੰਪਲੈਕਸ ਦੇ ਬਾਹਰ ਤੋਂ। ਤੁਸੀਂ ਦੇਖ ਸਕਦੇ ਹੋ ਢੋਲੇਵਾਲ ਤੋਂ ਜੇਕਰ ਗੱਲ ਕਰੀਏ ਦਿੱਲੀ ਤੋਂ ਲੁਧਿਆਣਾ ਦੇ ਵਿੱਚ ਐਂਟਰੀ ਕਰਦੇ ਹਾਂ ਢੋਲੇਵਾਲ ਚੌਂਕ 'ਚ ਜਾਣਾ ਪੈਂਦਾ ਅੱਜ। ਲੇਕਿਨ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਜਿਹੜਾ ਆਟੋ ਸੀ ਢੋਲੇਵਾਲ ਮਿਲਟਰੀ ਕੰਪਲੈਕਸ ਦੇ ਆਊਟਸਾਈਡ ਤੇ ਖੜਾ ਸੀਗਾ ਲੇਕਿਨ ਦੂਸਰੀ ਤਰਫ ਦਿੱਲੀ ਹਾਈਵੇ ਤੋਂ ਤੇਜ਼ ਰਫ਼ਤਾਰ ਆ ਰਹੀ ਕਾਰ ਨੇ ਟੱਕਰ ਮਾਰੀ। ਕਾਰ ਵੀ ਜਿਹੜੀ ਹੈਗੀ ਤੁਸੀਂ ਦੇਖ ਸਕਦੇ ਹੋ ਕਾਫੀ ਦੂਰ ਜਾ ਕੇ ਖਤਾਨਾਂ ਦੇ ਵਿੱਚ ਗਿਰੀ ਆ। ਲੇਕਿਨ ਇਸ ਹਾਦਸੇ ਦੌਰਾਨ ਜਿਹੜਾ ਸਭ ਤੋਂ ਵੱਡੀ ਗੱਲ ਆ ਆਟੋ ਦੇ ਵਿੱਚ ਸਵਾਰ ਸੀਗੀ ਕਿ ਬੱਚੇ ਔਰਤਾਂ
ਤੇ ਬਜ਼ੁਰਗ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਉਹ ਤਕਰੀਬਨ ਕਾਫੀ ਲੰਬਾ ਸਮਾਂ ਤੋਂ ਬਾਅਦ ਇੱਥੇ ਲੋਕ ਖੜੇ ਸੀ, ਉਹਨਾਂ ਨੇ ਕਾਫੀ ਐਂਬੂਲੈਂਸ ਨੂੰ ਫੋਨ ਕੀਤੇ, 108 ਐਂਬੂਲੈਂਸ ਆਈ। ਉਸ ਤੋਂ ਬਾਅਦ ਜਿਹੜਾ ਹੈਗਾ ਸਥਾਨਕ ਹਸਪੀਟਲ ਦੇ ਵਿੱਚ ਇਲਾਜ ਲਈ ਭੇਜਿਆ। ਲੇਕਿਨ ਕਿਤੇ ਨਾ ਕਿਤੇ ਇਹ ਥੋੜੀ ਜੀ ਗਲਤੀ ਵੱਡੇ ਹਾਦਸੇ ਦਾ ਕਾਰਨ ਬਣਦੀ ਹੈ। ਜਿਸ ਤਰ੍ਹਾਂ ਤੇਜ਼ ਰਫ਼ਤਾਰ ਅਤੇ ਰੌਂਗ ਸਾਈਡ ਹਾਦਸੇ ਦਾ ਕਾਰਨ ਬਣੇ ਨੇ। ਲਗਾਤਾਰ ਪੁਲਿਸ ਵੱਲੋਂ, ਟ੍ਰੈਫਿਕ ਪੁਲਿਸ ਵੱਲੋਂ, NGO ਵੱਲੋਂ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈਗਾ ਵੀ ਕਦੇ ਵੀ ਕਾਨੂੰਨ ਦੀ ਉਲੰਘਣਾ ਨਾ ਕਰੋ। ਦੋਨੇ ਪਾਸਿਓਂ ਕਾਨੂੰਨ ਦੀ ਉਲੰਘਣਾ ਹੋਈ, ਉਸ ਤੋਂ ਬਾਅਦ ਹਾਦਸਾ ਵਾਪਰਿਆ, ਲੇਕਿਨ ਵਾਹਿਗੁਰੂ ਦੀ ਕਿਰਪਾ ਕਰਕੇ ਇਹ ਬਚਾ ਰਿਹਾ ਹੈਗਾ, ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸੱਟਾਂ ਜ਼ਰੂਰ ਲੱਗੀਆਂ ਨੇ, ਬਜ਼ੁਰਗ, ਔਰਤ, ਬੱਚੇ ਤੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ, ਆਟੋ ਡਰਾਈਵਰ ਦੇ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਜਿਹੜਾ ਹੈਗਾ ਹੁਣ ਹਸਪੀਟਲ ਦੇ ਵਿੱਚ ਪਹੁੰਚਾਤਾ ਹੈਗਾ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਜਿਹੜਾ ਗੱਡੀ ਕਾਫੀ ਥੱਲੇ ਗਈ ਆ, ਹੁਣ ਉਹਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਥੇ ਆਮ ਲੋਕ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਤੇ ਕੀ ਕਹਿਣਾ ਚਾਹੁੰਦੇ ਵੀਰ ਜੀ, ਕਿਵੇਂ ਹਾਦਸਾ ਵਾਪਰਿਆ? ਕੀ ਭਾਜੀ ਆਟੋ ਵਾਲਾ ਵਿਚਾਰਾ ਸ਼ੇਰਪੁਰ ਤੋਂ ਆ ਰਿਹਾ ਸੀਗਾ, ਘੰਟਾ ਘਰ ਜਾ ਰਿਹਾ ਸੀਗਾ, ਪਿੱਛੋਂ ਖੜੀ ਗੱਡੀ ਸਵਾਰੀ ਉਤਾਰ ਰਿਹਾ ਸੀਗਾ, ਪਿੱਛੋਂ ਆਟੋ ਵਾਲਾ ਕੁੜੀ ਚਲਾ ਰਹੀ ਸੀਗੀ, ਠੀਕ ਹੈ। ਕੁੜੀ ਨੇ ਖੜੀ ਗੱਡੀ ਦੇ ਵਿੱਚ ਗੱਡੀ ਮਾਰ ਕੇ ਉਹ ਬੰਦਿਆਂ ਨੂੰ ਪਾਰਟੀ ਕਰਕੇ ਆਪ ਗੱਡੀ ਉੱਧਰ ਕਰਕੇ ਕੁੜੀ ਆਪ ਨਿਕਲ ਗਈ, ਮੁੰਡੇ ਨੂੰ ਅੱਗੇ ਕਰਤਾ ਤੇ ਮੁੰਡਾ ਗੱਡੀ ਚਲਾ ਰਿਹਾ ਸੀਗਾ। ਤੇ ਹੁਣ ਕੀ ਕਹਿੰਦੇ ਹੋ ਇਸ ਮਾਮਲੇ ਵਿੱਚ? ਹੁਣ ਉਹ ਕੀ ਕਹਿੰਦੇ, ਹੁਣ ਮੌਕੇ ਤੇ ਪੁਲਿਸ ਆਈ ਆ ਤੇ ਡਰਾਈਵਰ ਨੂੰ, ਆਟੋ ਵਾਲੇ ਨੂੰ ਉਹ ਹਸਪੀਟਲ ਲੈ ਕੇ ਗਏ ਨੇ। ਬਿਲਕੁਲ ਤਸਵੀਰਾਂ ਦੇ ਵਿੱਚ ਦੇਖਿਆ ਤੁਸੀਂ, ਲੇਕਿਨ ਜ਼ਰੂਰ ਜਿਹੜੇ ਜ਼ਖਮੀ ਸੀ ਉਹਨੂੰ ਹਸਪੀਟਲ ਦੇ ਵਿੱਚ ਪਹੁੰਚਾਤਾ। ਲੇਕਿਨ ਸਭ ਤੋਂ ਵੱਡੀ ਗੱਲ ਆ ਹਾਦਸਾ ਅਣਗਹਿਲੀ ਕਾਰਨ ਵਾਪਰਦੇ ਨੇ, ਇਸ ਕਰਕੇ ਅਣਗਹਿਲੀ ਵਰਤਾਂਗੇ ਤਾਂ ਹਾਦਸੇ ਵਾਪਰਦੇ ਨੇ। ਹੁਣ ਇਸ ਮਾਮਲੇ ਦੀ ਕੀ ਕਾਰਵਾਈ ਹੁੰਦੀ ਆ, ਇਹ ਪੁਲਿਸ ਵੱਲੋਂ ਜਿਹੜਾ ਹੈਗਾ ਗੱਡੀ ਹਿਰਾਸਤ 'ਚ ਲੈ ਲਈ ਆ ਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਪਾਰਟਨਰ। ਅਦਾਕਾਰਾ ਕੰਗਨਾ ਰਣੌਤ ਦੇ ਵੱਲੋਂ ਭਾਰਤ ਦੀ ਆਜ਼ਾਦੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਗਿਆ ਸੀ, ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ। ਕੰਗਨਾ ਰਣੌਤ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਲਗਾਤਾਰ ਕੰਗਨਾ ਰਣੌਤ ਦਾ ਵਿਰੋਧ ਵੀ ਹੋ ਰਿਹਾ। ਇਸ ਨੂੰ ਲੈ ਕੇ ਵਕੀਲ ਭਾਈਚਾਰੇ ਦੇ ਵੱਲੋਂ ਵੀ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਦੇ ਵਿੱਚ ਕੰਗਨਾ ਰਣੌਤ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਵਕੀਲ ਭਾਈਚਾਰੇ ਦੇ ਵਿੱਚ ਪੂਰੇ ਦੇਸ਼ ਵਿੱਚ ਰੋਸ ਹੈ ਹੀ ਹੈ। ਇਹਦੇ ਨਾਲ ਜਿਹੜੀਆਂ ਮੇਰੇ ਦੇਸ਼ ਦੀਆਂ 133 ਕਰੋੜ ਦੀਆਂ ਭਾਵਨਾ ਨੂੰ ਠੇਸ ਪਹੁੰਚਾਈ ਆ। ਔਰ ਜਿਹੜੇ ਇਹਦੇ ਸ਼ਬਦ ਹੈ, ਇਹ ਮੈਂ ਕਹਿੰਦਾ ਪੜ੍ਹੀ ਲਿਖੀ ਨਹੀਂ ਆ, ਇਹਦੇ ਨਾਲ ਤਾਂ ਅਨਪੜ੍ਹ ਵੀ ਵਿਅਕਤੀ ਬੜਾ ਸੋਚ ਸਮਝ ਕੇ ਬੋਲਦਾ ਆ। ਔਰ ਜਿਹੜੇ ਸਾਡੇ ਫਰੀडम ਫਾਈਟਰ ਹੈ, ਜਿਹੜੇ ਸਾਡੇ ਸ਼ਹੀਦੇ ਆਜ਼ਮ ਹੈ, ਉਹ ਸਾਡੇ ਲਈ ਦੇਵਤਾ ਹਨ, ਜਿਨ੍ਹਾਂ ਨੇ ਸਾਨੂੰ ਇੱਥੇ ਆਜ਼ਾਦੀ ਦਾ ਅੱਜ ਜਿਹੜੀ ਅਸੀਂ ਆਜ਼ਾਦੀ ਆਨੰਦ ਮਾਣ ਰਹੇ ਆ ਉਹਨਾਂ ਕਰਕੇ ਆ। ਔਰ ਜਿਨ੍ਹਾਂ ਨੇ ਫਾਂਸੀ ਦੇ ਰੱਸੇ ਚੁੰਮਿਆ, ਇਹਨੇ ਉਹਨਾਂ ਨੂੰ ਵੀ ਦੁਤਕਾਰਿਆ ਆ। ਔਰ ਇਹਨੇ ਕਿਹਾ ਵੀ 2014 ਵਿੱਚ ਸਾਨੂੰ ਅਸਲ ਆਜ਼ਾਦੀ ਮਿਲੀ ਆ, ਔਰ 2047 ਦੀ ਜਿਹੜੀ ਆਜ਼ਾਦੀ ਸੀ ਉਹ ਸਾਨੂੰ ਭੀਖ ਦੇ ਰੂਪ ਵਿੱਚ ਮਿਲੀ ਆ। ਤੇ ਤੁਸੀਂ ਕਿਹਨੂੰ ਕੰਪਲੇਂਟ ਦਿੱਤੀ ਅੱਜ? ਮੈਂ ਮਾਨਯੋਗ DC ਸਾਹਿਬ, ਕਮਿਸ਼ਨਰ ਸਾਹਿਬ, SHO ਸਾਹਿਬ 4 ਨੰਬਰ ਡਿਵੀਜ਼ਨ ਔਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਮੈਂ ਗੁਹਾਰ ਮਾਰੀ ਆ। ਔਰ ਇਸ ਤੋਂ ਜਿਹੜਾ ਪੱਤਰ ਮੈਂ ਅਵਾਰਡ ਉਹ ਵਾਪਸ ਲਿਆ ਜਾਵੇ। ਤਾਂ ਨਾ ਮੈਂ ਇਹਨੂੰ ਇਹ ਮੰਨਦੀ ਆ ਕਿ ਇਹ ਗੁੰਡੀ ਆ। ਪਹਿਲੀ ਗੱਲ ਤਾਂ ਇਹ ਕੋਈ ਐਕਟਰ ਨਹੀਂ ਹੈਗੀ, ਕੋਈ ਆ ਫਿਲਮਾਂ ਦਿਖਾ ਦਿਓ ਜਿਨ੍ਹਾਂ 'ਚ ਇਹ ਕੋਈ ਐਕਟਿੰਗ ਕਰਦੀ ਨਹੀਂ ਦਿਖੀ ਹੋਵੇ। ਇਹ ਸਿਰਫ ਐਕਟਰ ਆ ਤਾਂ ਐਕਟਰ ਆ, ਭਾਜਪਾ ਦੀ ਐਕਟਰ ਆ। ਇਹ ਰੱਖੀ ਹੋਈ ਆ ਬੋਲਣ ਨੂੰ, ਕਿਤੇ ਕਿਸਾਨਾਂ ਤੇ ਬੋਲ ਦਿਓ, ਕਿਤੇ ਕਿਸੇ ਦੇ ਸਾਡੀਆਂ ਮਾਵਾਂ ਨੂੰ ਗਲਤ ਬੋਲ ਦਿਓ, ਸਾਡੀਆਂ ਮਾਵਾਂ ਨੂੰ ਕਹਿ ਦਿਓ ਇਹ ਤਾਂ ਕਿਰਾਏ ਤੇ ਲਿਆਂਦੀਆਂ ਜੀ, ਇਹ ਤਾਂ 200 ਰੁਪਇਆ ਲੈ ਕੇ ਲਿਆਂਦੀਆਂ। ਇਹ ਆ ਜਾਵੇ 200 ਦੇ ਸਾਡੇ ਘਰੇ ਆ ਕੇ ਰੋਟੀਆਂ ਬਣਾ ਦੇਵੇ, ਆਵੇ ਤਾਂ ਸੀ। ਇਹ ਸਿਰਫ ਕੁਛ ਨਹੀਂ ਹੈ ਜੀ, ਇਹ ਭਾਜਪਾ ਦੀ ਗੁੰਡੀ ਆ, ਚਮਚਾਗਿਰੀ ਆ, ਕੁਛ ਨਹੀਂ। ਇੱਕ ਪੋਲਿਟਿਕਸ ਵਿੱਚ ਆਉਣ ਦਾ ਇਹਦਾ ਆਪਣਾ ਮੁੱਦਾ ਆ ਵੀ ਕਿਸੇ ਵੀ ਮੁੱਦੇ ਨੂੰ ਭੜਕਾ ਦਿਓ, ਲੋਕਾਂ ਨੂੰ ਲੜਾ ਦਿਓ, ਕਿਸਾਨਾਂ ਨੂੰ, ਆਪਸੀ ਭਾਈਚਾਰੇ ਨੂੰ ਸਾਰਿਆਂ ਨੂੰ ਖਤਮ ਕਰ ਦਿਓ। ਕਿਸਾਨਾਂ ਦੇ ਵਿਰੁੱਧ ਬੋਲਦੀ ਹੈ ਜੀ, ਅਸੀਂ ਇਹਦੇ ਬਹੁਤ ਅੰਗੇਸਟ ਹਾਂ। ਇਹ ਦੇਸ਼ ਧਰੋਹੀ ਹੈ ਜੀ। ਉਧਰ ਕਾਰੋਬਾਰੀਆਂ ਦੇ ਵੱਲੋਂ ਸਟੀਲ ਕੀਮਤਾਂ ਦੇ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਚਲਦੇ ਕੇਂਦਰ ਸਰਕਾਰ ਦੇ ਖਿਲਾਫ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪ੍ਰਧਾਨ ਮੰਤਰੀ ਦੀ ਪੁੱਠੀ ਥਾਲੀ ਨਾਲ ਆਰਤੀ ਵੀ ਉਤਾਰੀ ਗਈ ਸੀ, ਜਿਸ ਨੂੰ ਲੈ ਕੇ ਹੁਣ ਸ਼ਿਵ ਸੈਨਾ ਦੇ ਆਗੂਆਂ ਦੇ ਵੱਲੋਂ ਰੋਸ ਜ਼ਾਹਰ ਕੀਤਾ ਗਿਆ। ਦੱਸੀਏ ਕਿ ਕੁਝ ਸਮੇਂ ਪਹਿਲਾਂ ਸ਼ਿਵ ਸੈਨਾ ਦੇ ਵੱਲੋਂ ਪੁਲਿਸ ਨੂੰ ਵਪਾਰੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਸੀ ਅਤੇ ਇਸ ਨੂੰ ਲੈ ਕੇ ਮੰਗ ਪੱਤਰ ਵੀ ਸੌਂਪਿਆ ਗਿਆ ਸੀ ਤੇ ਅੱਜ ਉਹਨਾਂ ਰੋਸ ਜਤਾਇਆ ਅਤੇ ਕਿਹਾ ਕਿ 7 ਦਿਨ ਦੇ ਬਾਅਦ ਵੀ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਅੱਜ ਸ਼ਿਵ ਸੈਨਾ ਪੰਜਾਬ ਵੱਲੋਂ ਅਸੀਂ ਇਧਰ 6 ਨੰਬਰ ਸ਼ਿਮਲਾਪੁਰੀ ਥਾਣੇ ਮਿਲਣ ਆਏ ਸੀਗੇ। ਜਿਹੜੇ ACP ਸਰ ਨੇ, ਉਹਨਾਂ ਨੂੰ ਸਾਡੀ ਇੱਕ ਪਿੱਛੇ 7 ਦਿਨ ਪਹਿਲਾਂ ਇੱਕ ਫਾਈਲ ਮਾਰਕ ਹੋਈ ਸੀਗੀ। ਜਿਹੜੇ ਇੰਡਸਟਰੀ ਉਦਯੋਗਪਤੀ ਲੋਕ ਨੇ, ਉਹਨਾਂ ਨੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਸੀ, ਜਿਹਦੇ ਵਿੱਚ ਹਿੰਦੂ ਧਰਮ ਨੂੰ ਠੇਸ ਪਹੁੰਚਾਈ ਗਈ ਸੀਗੀ। ਆਰਤੀ ਕਰਕੇ ਇੱਕ ਉਹਨਾਂ ਬੇਕਦਰੀ ਕੀਤੀ ਗਈ ਸੀ। ਉਸ ਨੂੰ ਲੈ ਕੇ ਅੱਜ ਸ਼ਿਵ ਸੈਨਾ ਪੰਜਾਬ ਵੱਲੋਂ ਇੱਕ 10 ਕੁ ਬੰਦਿਆਂ ਦਾ ਇੱਕ ਜੱਥਾ ਸਿਰਫ ਇਹਨਾਂ ਨੂੰ ਮਿਲਣ ਆਇਆ ਸੀਗਾ ਤੇ ਇੱਕ ਗੱਲ ਕਰਨ ਆਇਆ ਸੀਗਾ ਕਿ ਇਹਨਾਂ ਨੇ ਆਸ਼ਵਾਸਨ ਦਿੱਤਾ ਸੀਗਾ ਕਿ ਜਲਦ ਤੋਂ ਜਲਦ ਇਹਨਾਂ 'ਤੇ ਪਰਚਾ ਦਰਜ ਹੋਏਗਾ। ਅੱਜ 7 ਦਿਨ ਹੋ ਚੱਲੇ ਆ, ਕੋਈ ਵੀ ਪਰਚਾ ਦਰਜ ਨਹੀਂ ਹੋਇਆ। ਅਸੀਂ ਅੱਜ ਫਿਰ ਮੰਗ ਕਰਨ ਆਏ ਆ। ਅੱਜ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇਹਨਾਂ ਨੂੰ ਮੈਸੇਜ ਦੇ ਰਹੇ ਹਾਂ, ਜੇ ਪ੍ਰਸ਼ਾਸਨ ਵੱਲੋਂ ਢਿੱਲ ਵਰਤੀ ਜਾਏਗੀ ਤੇ ਸ਼ਿਵ ਸੈਨਾ ਪੰਜਾਬ 1 ਦਿਨ ਦਾ ਟਾਈਮ ਦੇ ਰਹੀ ਹੈ। ਜੇ ਕੱਲ ਤੱਕ ਪਰਚਾ ਦਰਜ ਨਾ ਹੋਇਆ, ਸ਼ਿਵ ਸੈਨਾ ਪੰਜਾਬ ਆਪਣੇ ਜੱਥੇ ਨਾਲ 100 ਤੋਂ 150 ਬੰਦੇ ਦੇ ਜੱਥੇ ਨਾਲ ਚੌਂਕਾਂ 'ਚ ਘਿਰਾਵ ਕਰੇਗੀ, ਧਰਨੇ ਪ੍ਰਦਰਸ਼ਨ ਕਰੇਗੀ ਤੇ ਸਾਫ਼ ਜ਼ਾਹਿਰ ਹੋਏਗਾ ਕਿ ਇਸ ਦੇ ਵਿੱਚ ਸਾਫ਼ ਜਿਹੜਾ ਦੋਸ਼ ਹੈ ਉਹ ਪ੍ਰਸ਼ਾਸਨ ਦਾ ਆ ਰਿਹਾ। ਅਸੀਂ ਅੱਜ ਉਹਨਾਂ ਨੂੰ ਮਿਲਣ ਆਏ ਸੀ
ਅੱਜ ਉਹ ਅਕਸਮਾਤ ਉਹਨਾਂ ਨੂੰ ਕੋਈ ਕੰਮ ਪੈ ਗਿਆ, ਉਹ ਚਲੇ ਗਏ। ਸ਼ਿਵ ਸੈਨਾ ਪੰਜਾਬ ਦਾ ਡੈਪੂਟੇਸ਼ਨ ਅੱਜ ਉਹਨਾਂ ਨੂੰ ਮਿਲਣ ਆਇਆ ਸੀ ਕਿ ਇਸ ਤੇ ਕਾਰਵਾਈ ਹੋਵੇ। ਇਸ ਤੇ ਤਾਂ ਕਾਰਵਾਈ ਹਲੇ ਚੱਲ ਹੀ ਰਹੀ ਹੈ। ਜਿਹੜੀ ਬੇਅਦਬੀ ਇੰਡਸਟਰੀ ਦੇ ਲੋਕਾਂ ਨੇ ਆਰਤੀ ਦੀ ਕੀਤੀ, ਉਹਦੀ ਹਲੇ ਕਾਰਵਾਈ ਤਾਂ ਚੱਲ ਹੀ ਰਹੀ ਹੈ। ਦੂਸਰੇ ਪਾਸੇ ਦਿੱਲੀ ਵਿੱਚ ਮਨਜੀਤ ਸਿੰਘ ਜੀਕੇ ਨੇ ਦੂਸਰੀ ਬੇਅਦਬੀ ਕਰਤੀ ਸਾਡੇ ਭਗਵਾਨ ਰਾਮ ਦੇ ਮੰਦਿਰ ਦੇ ਨਾਮ ਦੇ ਨਾਲ। ਮੈਂ ਆਪਣੇ ਮੂੰਹੋਂ ਸ਼ਬਦ ਬੋਲਣਾ ਵੀ ਨਹੀਂ ਚਾਹੁੰਦਾ। ਜਿਹੜੀ ਉਹਨਾਂ ਨੇ ਬੇਅਦਬੀ ਕੀਤੀ ਹੈ ਰਾਮ ਮੰਦਿਰ ਦੇ ਬਾਰੇ, ਮਤਲਬ ਮੇਰਾ ਇੱਕ ਸਵਾਲ ਹੈ ਸਰਕਾਰਾਂ ਕੋਲੋਂ ਵੀ ਔਰ ਇੱਕ ਖਾਸ ਸਮਾਜ ਕੋਲੋਂ ਵੀ ਕਿ ਹਰ ਵਾਰ ਹਿੰਦੂ ਸਮਾਜ ਦੀ ਬੇਅਦਬੀ ਕਿਉਂ? ਹਰ ਵਾਰ ਹਿੰਦੂ ਸਮਾਜ ਦੀ ਬੇਅਦਬੀ ਕਿਉਂ? ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਦੇ ਐਲਾਨ ਤੋਂ ਬਾਅਦ ਹਰ ਵਰਗ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਜਾਮਾ ਮਸਜਿਦ ਦੇ ਵਿੱਚ ਵੀ ਤਿੰਨੋਂ ਖੇਤੀ ਕਾਨੂੰਨ ਰੱਦ ਹੋਣ ਦੇ ਐਲਾਨ ਦੇ ਚਲਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਤੇ ਲੱਡੂ ਵੰਡ ਕੇ ਇੱਕ ਦੂਸਰੇ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ ਤੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਵੀ ਕੀਤਾ। 19 ਨਵੰਬਰ 2021 ਦਾ ਦਿਨ ਹੈ ਔਰ ਅੱਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਹੈ, ਜੁਮੇ ਦਾ ਦਿਨ ਵੀ ਹੈ। ਔਰ ਅੱਜ ਸਵੇਰੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ ਐਲਾਨ ਕੀਤਾ ਕਿ ਤਿੰਨੋਂ ਕਾਲੇ ਕਾਨੂੰਨ ਜਿਹੜੇ ਕਿ ਕਿਸਾਨਾਂ ਦੇ ਖਿਲਾਫ ਬਣੇ ਸੀਗੇ ਉਹ ਉਹਨਾਂ ਨੇ ਵਾਪਸ ਲੈ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਨੂੰਨ ਜਿਹੜੇ ਨੇ ਪਾਰਲੀਮੈਂਟ ਦਾ ਅਧਿਵੇਸ਼ਨ ਬੁਲਾ ਕੇ ਵਾਪਸ ਲਿੱਤੇ ਜਾਣਗੇ ਤੇ ਬਹੁਤ ਵੱਡੀ ਖੁਸ਼ੀ ਦਾ ਦਿਨ ਹੈ। ਲੁਧਿਆਣਾ ਜਾਮਾ ਮਸਜਿਦ ਦੇ ਬਾਹਰ ਅੱਜ ਇਸ ਲਈ ਮਿਠਾਈ ਵੰਡੀ, ਇਸ ਲਈ ਖੁਸ਼ੀ ਮਨਾ ਰਹੇ ਕਿ ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਦੀ ਇਤਿਹਾਸਿਕ ਜਾਮਾ ਮਸਜਿਦ ਸ਼ਾਮਲ ਰਹੀ ਹੈ। ਸਾਰੇ ਅੰਦੋਲਨਾਂ 'ਚ ਇੱਥੋਂ ਦੀ ਮੁਸਲਿਮ ਭਾਈਚਾਰਾ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜਾ ਹੈ ਔਰ ਬਾਰ-ਬਾਰ ਜਿੰਨੇ ਵੀ ਬਾਰਡਰਾਂ ਦੇ ਉੱਤੇ ਧਰਨੇ ਲੱਗੇ ਉੱਥੇ ਤੱਕ ਅਸੀਂ ਨਾਲ ਗਏ ਹਾਂ ਔਰ ਲੁਧਿਆਣੇ 'ਚ ਵੀ ਜਦੋਂ ਪੰਜਾਬ ਦਾ ਸ਼ਹਿਰੀ ਕਿਸਾਨ ਦੇ ਨਾਲ ਅੰਦੋਲਨ ਚੱਲਿਆ ਤੇ ਉਹਦੇ 'ਚ ਲੁਧਿਆਣਾ ਜਾਮਾ ਮਸਜਿਦ ਨੇ ਆਪਣਾ ਅਹਿਮ ਕਿਰਦਾਰ ਅਦਾ ਕੀਤਾ ਤੇ ਇਸ ਲਈ ਅਸੀਂ ਅੱਜ ਸ਼ੁਕਰ ਦਾ ਦਿਨ ਸਮਝਦੇ ਹਾਂ। ਤੇ ਉਧਰ ਨੈਸ਼ਨਲ ਐਗਜ਼ੀਕਿਊਟਿਵ ਮੈਂਬਰ ਭਾਰਤ ਪ੍ਰਾਸ਼ਰ ਲੁਧਿਆਣਾ ਪਹੁੰਚੇ ਜਿੱਥੇ ਕਿ ਉਹਨਾਂ ਰੇਹੜੀ ਫੜੀਆਂ ਨਾਲ ਅਹਿਮ ਬੈਠਕ ਕੀਤੀ ਹੈ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਹਨਾਂ ਸਮੱਸਿਆਵਾਂ ਦੇ ਜਲਦ ਹੱਲ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਰੇਹੜੀ ਫੜੀ ਵਾਲਿਆਂ ਦੇ ਵੱਲੋਂ ਭਾਰਤ ਪ੍ਰਾਸ਼ਰ ਦਾ ਧੰਨਵਾਦ ਵੀ ਕੀਤਾ ਗਿਆ। ਇਹ अपना भारत प्रेशर जी है जो राहुल जी ने ऑर्गेनाइज डेवलपमेंट डिपार्टमेंट जो दिया इन लोगों को, तो इन लोगों ने जो डिपार्टमेंट है जो नीचे सदर के लोग हैं जो गरीब आदमी हैं, राहुल जी की सोच अच्छी है। उन्होंने इनकी जिम्मेदारी ये लगाई भी नीचे ग्राउंड पे आदमी जो गरीब आदमी हमसे पिछड़ क्यों रहा, उसको जोड़ने का प्रयास किया राहुल गांधी जी ने। उनके लिए इनको जिम्मेदारी पंजाब की दी है और पंजाब की जिम्मेदारी संभालते ही काफ़ी इन्होंने हमारे से कांटेक्ट किया, हमारी समस्या सुनी। समस्या सुन के इन्होंने ये कहा भी जो हल है आपका, जो आपकी समस्या चली आ रही है, जो गरीब आदमी के साथ हो रहा है, जो सड़कों पर सामान फेंका जा रहा है, रेहड़ियाँ उठाई जा रही हैं, भारी जुर्माने लिए जा रहे हैं, जो इन पे केस दर्ज हुए हैं, तो इसके ऊपर हम काम करेंगे, ये नहीं होने देंगे। मैं ये कहना चाहता हूँ जो राहुल जी ने ये नया सेल बनाया ऑर्गेनाइज कांग्रेस, जब हम भारत प्राशर जी से बात किए और ये यहाँ पर आए 1 साल पहले से, तब मुझे ऐसा लगा कि जो कांग्रेस है वो इनको चुना जैसे राहुल जी की सोच की तरह। ये गरीबों में जाके रेहड़ी वालों से पूछ करते हैं कि आपकी रेहड़ी पे कोई प्रॉब्लम है कि नहीं है, गरीबों के पास मजदूर के पास जाते हैं कि आपको कोई प्रॉब्लम है कि नहीं। तो सरकार से हम लोग यही चाहते हैं कि ऐसा कोई लीडर हो कि जो गरीबों का सुने। गरीब का कोई सुन नहीं रहा है। हम 5 साल हो गए बेंडिंग जोन की मांग करते आए, हमारा किसी ने नहीं सुना। ਭਗਵਾਨ ਵਾਲਮੀਕੀ ਸੇਵਕ ਸੰਘ ਦੇ ਵੱਲੋਂ ਭਗਵਾਨ ਵਾਲਮੀਕੀ ਲਵਕੁਸ਼ ਵਿਜੇ ਦਿਵਸ ਤੇ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਸੰਘ ਦੇ ਮੈਂਬਰਾਂ ਦੇ ਵੱਲੋਂ ਸ਼ਸਤਰ ਪੂਜਾ, पावन सत्संग ਅਤੇ प्रचार फेरी का भी प्रबंध किया गया है। जो बोले सुन रहे भगवान वाल्मीकि महाराज की जय, परम पूज्य रुद्राकर जी महाराज की जय। आज जो भगवान वाल्मीकि लवकुश विजय दिवस के उपलक्ष्य अभी शस्त्र पूजा और पावन सत्संग और प्रचार फेरी का जो आयोजन कर रहे हैं, ये ਵੱਖ-ਵੱਖ संस्थावां के अहुदेदार पहुंचे ने। दिल की गहराइयों का धन्यवाद है। और ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਸਾਰਿਆਂ ਨੂੰ ਕਿ ਧਾਰਮਿਕ ਤੌਰ ਤੇ ਅਸੀਂ ਸਾਰੇ ਹੀ ਰਲ ਮਿਲ ਕੇ ਪਰਮ ਪੂਜਯ ਰੁਦਰਾਕਰ ਜੀ ਬਾਰੇ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦਾ ਕੰਮ ਕਰੀਏ। ਲੋਕ ਹਿੱਤ ਸੇਵਾ ਸੁਸਾਇਟੀ ਅੰਤਰਗਤ ਵਾਲਮੀਕੀ ਸੇਵਕ ਸੰਘ VSS ਵੱਲੋਂ ਭਗਵਾਨ ਵਾਲਮੀਕੀ ਨਗਰ ਗੋਪਾਲ ਨਗਰ ਹੈਬੋਵਾਲ ਦੇ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ VK ਟਾਂਗ ਜੀ, ਜਿਨ੍ਹਾਂ ਨੇ ਪ੍ਰਭੂ ਰਤਨਾਕਰ ਜੀ ਨੂੰ ਜੋਤੀ ਨੂੰ
ਅੱਜ ਤੱਕ ਕਾਇਮ ਰੱਖਿਆ ਔਰ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੀ ਸਿੱਖਿਆ ਦੇ ਚੱਲਦੇ ਹੋਏ ਲਵ ਕੁਸ਼ ਜੀ ਨੂੰ ਜੋ ਸਿੱਖਿਆਵਾਂ ਦਿੱਤੀਆਂ ਉਹਦੇ ਸਬੰਧ ਦੇ ਵਿੱਚ ਅੱਜ ਸ਼ਸਤਰ ਪੂਜਾ ਕੀਤੀ ਗਈ ਔਰ ਪਾਵਨ ਵਾਲਮੀਕੀ satsang ਕੀਤਾ ਗਿਆ ਔਰ ਇਸ satsang ਤੋਂ ਬਾਅਦ ਜਿਹੜੀ ਇੱਕ ਭਵਯ ਪ੍ਰਚਾਰ ਫੇਰੀ ਜਿਹੜੀ ਕੱਢੀ ਜਾ ਰਹੀ ਹੈ, ਜਿਸ ਦੇ ਨਾਲ ਵਾਲਮੀਕੀ ਸਮਾਜ ਜਿਹੜਾ ਵੱਡੀ ਪੱਧਰ ਤੇ ਧਰਮ ਪਰਿਵਰਤਨ ਕਰ ਰਿਹਾ ਹੈ, ਉਸ ਨੂੰ ਰੋਕ ਲਗਾਉਣ ਲਈ ਵੀ ਇਹ ਸੰਦੇਸ਼ ਹੈ। ਸਾਡੇ ਵਿੱਚ ਧਰਮੱਗਿਆ ਅਰੁਣ ਸਿੱਧੂ ਜੀ, ਰਤਨਾਕਰ ਸੈਨਾ ਔਰ ਧਾਰਮਿਕ ਤੇ ਸਮਾਜਿਕ ਆਗੂ ਪਹੁੰਚੇ ਹਨ। ਮੈਂ ਅੱਜ ਦੇ ਇਸ ਦਿਨ ਤੇ ਔਰ ਪਾਵਨ ਗੁਰਪੁਰਬ ਦੇ ਦਿਵਸ ਤੇ ਔਰ ਲਵ ਕੁਸ਼ ਦਿਵਸ ਤੇ ਸਮੂਹ ਸ਼ਹਿਰ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ। तो उधर किदवई नगर स्थित मस्जिद के मुस्लिम भाईचारे के वालों स्कूल चलाया जा रहा है, जिस नूं लैके हल्का विधायक सुरिंदर डावर के वालों 3 लाख रुपए की ग्रांट पेंट की गई है। उन्होंने कहा है कि बच्चों को स्कूल के विच मुफ्त सिक्ख्या मुहैया करवाई जाएगी। इस मौके स्कूल मैनेजमेंट के वालों भी विधायक डावर का धन्यवाद किया गया। अज मैं इस्लामिया पब्लिक स्कूल विखे मस्जिद किदवई नगर वाली जो है मस्जिद जो किदवई नगर है, यहाँ 500 के करीब बच्चे शिक्षा प्राप्त करते हैं। तो मैंने सभी अपने सेंट्रल कंस्टिट्यूंसी में सभी वर्गों को ग्रांट दी है। किसी मैंने ये नहीं कोई किसी से भेदभाव नहीं किया गया। सभी धर्मों को मैं, एक कांग्रेस पार्टी सेकुलर सोच वाली पार्टी है, तो हमारी सोच है सभी को साथ लेकर चलना। तो आज मैं इनको इस्लामिया पब्लिक स्कूल में 3 लाख की ग्रांट दी है, ताकि बच्चों को जो यहाँ शिक्षा प्राप्त करते हैं 500 के बच्चे, इनका ज़रा शिक्षा का म्यार, शिक्षा की क्वालिटी को और अच्छा किया जाए और बच्चों को ज़्यादा से ज़्यादा शिक्षा दी जाए। साबिर आलम नाम है मेरा, इस्लामिया पब्लिक स्कूल मैनेजमेंट का आदमी हूँ जो यहाँ सेवा करता हूँ। ये मस्जिद इंतज़ामिया कमेटी के तरफ से स्कूल चलाई जाती है और फ्री ऑफ कॉस्ट चलाई जाती है। इसमें हमारे अब्दुल्ला जी का भी सहयोग बहुत रहता है हर तरह से। आज सुरिंदर डावर जी इलाके का MLA हैं, वो ग्रांट देने के लिए आए थे, 3 लाख रुपया हमें दे के जा रहे हैं। हमें बहुत खुशी है और हम धन्यवाद करते हैं। हमारे इलाके के काउंसलर नीटू जी हैं, इनके सहयोग से भी ये सारा कुछ हो रहा है। और हमारे दूसरे डावर साहब हैं, भाई साहब हैं, जो भी हम सबका शुक्रिया अदा करते हुए कि भाई हमारे जैसे संस्था को भी साथ लेके चलते हैं। श्री गुरु नानक देव जी के 552वें पावन प्रकाश दिहाड़े के उपर लेडीज़ क्लब के वालों भी विशेष समागम का आयोजन किया गया, जिस विच बढ़ चढ़ के संगतां के वालों अपनी हाजिरी लगवाई गई है। इस मौके सत्संग समागम भी करवाया गया। हमने अपने क्लब में गुरुजी का जन्मदिन मनाने के लिए प्रकाश उत्सव रखा है। इसीलिए और शुक्राना भी करना था कि हमारे क्लब के चेयरपर्सन मिसेस बैक्टर इतना बड़ा अवार्ड लेके आए हैं। अपने नाम के साथ मिला के हमारे लक्ष्मी लेडीज़ क्लब का नाम भी वो ऊपर ले गए। एक शुक्राना करना था गुरुजी का। तो बाकी ये था कि सभी मेंबर्स के लिए मेहर मांगनी है और सरबत का भला और अपना भला तो अपने आप भगवान जी कर देते हैं। यही मेरी कहना है कि सभी मेंबर्स के घर में खुशियाँ बरसें। रागी बहुत वधिया सीगे, बड़ा अच्छा लगे सुन के। परमात्मा गुरु नानक देव जी के जन्मदिन के उपलक्ष्य विच अज बहुत अच्छा सत्संग होया क्लब दे विच, जिहड़ा कि कहते हैं असीं चाहते हैं कि सारे जिहड़े परिवार आए हैं, लेडीज़ आईयां, सब दे परिवारां 'च खुशियां आन, परमात्मा खुशियां लियावे अगले साल दे विच। उन्होंने बहुत बहुत ਵਧਾਈਆਂ ਹੋਣ। ਸਾਨੂੰ ਉਹਨਾਂ ਦੇ ਜਿਹੜੇ 3 ਅਸੂਲ ਦੱਸੇ ਹੋਏ ਨੇ, ਸਭ ਤੋਂ ਪਹਿਲਾਂ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਚੱਕਣਾ। ਸਾਨੂੰ ਉਹਦੇ ਉੱਤੇ ਚੱਲਣਾ ਚਾਹੀਦਾ। ਤੇ ਬਾਬਾ ਜੀ ਨੇ ਜਿਵੇਂ ਸਾਰੀ ਦੁਨੀਆ ਦੇ ਵਿੱਚੋਂ ਵਹਿਮਾਂ ਭਰਮਾਂ ਨੂੰ ਦੂਰ ਕੀਤਾ, ਅੱਜ ਉਹਨਾਂ ਦੀ ਦੇਖੋ ਕਿੰਨੀ ਮਾਨਤਾ, ਸਾਰੀ ਦੁਨੀਆ ਉਹਨਾਂ ਨੂੰ ਮੰਨਦੀ, ਚਾਹੇ ਕੋਈ ਵੀ ਧਰਮ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। पहली पातशाही साहिब श्री गुरु नानक देव जी का 552वां प्रकाश पुरब ਵੱਖ-ਵੱਖ ਥਾਈਂ विशेष धार्मिक समागमां का आयोजन। वड्डी गिनती विच संगतां गुरु चरणा 'च होईयां नतमस्तक। गुरपुरब मौके किसानां दे हक विच केंद्र दा वड्डा ऐलान, तीनों खेती कानून होणगे रद्द। प्रधानमंत्री दे ऐलान तो बाद किसानां विच खुशी दी लहर, हर पासे जश्न दा माहौल। लुधियाना पहुंचे पंजाब मामले के इंचार्ज हरीश चौधरी, कांग्रेसी आगुआं नाल कीती बैठक, खेती कानून रद्द होने के ऐलान ते भी दिता प्रतिक्रम। टोलेवाल चौंक नेड़े वापरिया सड़क हादसा, कार अते ऑटो विचकार हुई जबरदस्त टक्कर। हादसे दे विच 3 लोग जख्मी, हस्पताल दे विच ज़ेरे इलाज। अदाकारा कंगना रनौत का विवादित बयान का मामला, देश की आज़ादी को लैके दिता सी भड़काऊ बयान।
ਵਕੀਲ ਭਾਈਚਾਰੇ ਨੇ ਕੰਗਨਾ ਰਣੌਤ ਦੀ ਗ੍ਰਿਫਤਾਰੀ ਦੀ ਕੀਤੀ ਮੰਗ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fastfood.in ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ www.fastfood.in ਤੇ ਆਨਲਾਈਨ ਵੀ ਦੇਖ ਸਕਦੇ ਹੋ। ਮੈਨੂੰ ਤਾਂ ਇਜਾਜ਼ਤ, ਧੰਨਵਾਦ।